ਰਾਜਨੀਤੀ ਦੀ ਹਰੇਕ ਰਣਨੀਤੀ ਤੋਂ ਜਾਣੂ ਕਰਵਾਉਂਦਾ, ਸਿਸਟਮ ਵਿੱਚ ਪਸਰੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ, ਧਨ ਕੁਬੇਰਾਂ, ਗੈਰ ਸਮਾਜੀ ਤੱਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਜੁੜੇ ਨੇ ਚੰਡੀਗੜ੍ਹ ਤੋਂ ਸੁਸ਼ੀਲ ਦਸਾਂਝ। ਆਪਣੇ ਦਰਸ਼ਕਾਂ ਦੇ ਨਾਲ ਨਾਲ ਦਸਾਂਝ ਸਾਹਿਬ ਤੁਹਾਡਾ ਸਵਾਗਤ ਵੀ ਕਰਦੇ ਹਾਂ ਜੀ ਆਇਆਂ ਨੂੰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਹਰਜੀਤ ਗਿੱਲ ਜੀ, ਤੁਹਾਡੀ ਆਵਾਜ਼ ਥੋੜੀ ਜੀ ਘੱਟ ਹੈ, ਥੋੜਾ ਜਿਹਾ ਵੋਲੀਅਮ ਉੱਪਰ ਚਾਹੀਦਾ। ਬਾਕੀ ਠੀਕ ਹੈ ਜੀ, ਮੈਂ ਦੇਖਦਾ ਜੀ ਟੈਕਨੀਸ਼ੀਅਨ ਨੂੰ ਕਹਿਣਾ ਕਿ ਆਵਾਜ਼ ਜੇ ਘੱਟ ਹੈ ਤੇ ਉਹਨੂੰ ਠੀਕ ਕਰਨ, ਆਵਾਜ਼ ਠੀਕ ਕਰਨ। ਠੀਕ ਹੈ ਬਹੁਤ ਠੀਕ ਹੈ। ਅੱਛਾ ਠੀਕ ਹੈ ਦਸਾਂਝ ਸਾਹਿਬ, ਠੀਕ ਹੈ, ਜੇ ਆਵਾਜ਼ ਠੀਕ ਹੈ ਤੇ ਫਿਰ ਠੀਕ ਹੈ ਜੀ। ਮੈਂ ਪਹਿਲੀ ਖਬਰ, ਇੱਕ ਦੋ ਖਬਰਾਂ ਆਪਾਂ ਪੰਜਾਬ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਵੱਲ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੁੰਦਾ। ਕੱਲ ਵੀ ਆਪਣੀ ਖਬਰ ਵਿੱਚ ਰਹਿ ਗਈ ਸੀ, ਜਿਹੜੀ ਮੈਂ ਕਹਿ ਰਿਹਾ ਸੀਗਾ ਕਿ ਇੱਕ ਤਣਾਅ ਇੰਟਰਨੈਸ਼ਨਲ ਸੰਬੰਧਾਂ 'ਚ ਸਾਨੂੰ ਨਜ਼ਰ ਆ ਰਿਹਾ। ਕੱਲ ਖਬਰ ਆਪਾਂ ਸਾਂਝੀ ਕੀਤੀ ਸੀ ਕਿ ਅਮਰੀਕਾ ਅਤੇ ਇੰਗਲੈਂਡ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਦੇ ਬਹੁਤ ਘੱਟ ਹੁੰਦਾ ਕਿ ਮਿਲ ਕੇ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਂਦੀ। ਉਹਨਾਂ ਪ੍ਰੈਸ ਕਾਨਫਰੰਸ ਕਰਕੇ ਚਾਈਨਾ ਦੇ ਦਖਲ ਬਾਰੇ ਕਾਫੀ ਸਾਰਾ ਆਪਣਾ ਜਿਹੜਾ ਸ਼ੰਕੇ ਪ੍ਰਗਟ ਕੀਤੇ ਸੀ। ਤੇ ਹੁਣ ਚੀਨ ਦੀ ਇੱਕ ਚੇਤਾਵਨੀ ਆ ਗਈ ਆ ਕਿ ਅਮਰੀਕਾ ਜਿਹੜਾ ਆ ਉਹ ਤਾਈਵਾਨ ਦੇ ਨਾਲ ਆਪਣਾ ਜਿਹੜੀ ਮਿਲੀ ਭੁਗਤਿਆ ਫੌਜੀ ਉਹਨੂੰ ਬੰਦ ਕਰੇ, ਨਹੀਂ ਤੇ ਵਿਗੜ ਸਕਦੇ ਆ ਰਿਸ਼ਤੇ। ਯਾਨੀ ਕਿ ਚਾਈਨਾ ਲੱਗਦਾ ਹੈ ਹੌਲੀ ਹੌਲੀ ਕਾਫੀ ਪਾਵਰਫੁਲ ਹੋ ਰਿਹਾ, ਜਿਹਦੇ ਤੋਂ ਯੂਰਪ ਪੂਰੇ ਨੂੰ ਔਰ ਨਾਰਥ ਅਮਰੀਕਾ ਦੇ ਜਿਹੜੇ ਇਸ ਵੇਲੇ ਸੁਪਰ ਪਾਵਰ ਨੇ, ਉਹਨਾਂ ਨੂੰ ਖਤਰਾ ਹੈ ਕਿ ਸਾਡੀ ਗੱਦੀ ਕਿਤੇ ਖਿਸਕ ਰਹੀ ਹੈ। ਦਸਾਂਝ ਸਾਹਿਬ, ਮੈਂ ਤੁਹਾਨੂੰ ਕੋਈ ਜਾਣਨਾ ਚਾਹੁੰਦਾ ਵੈਸੇ ਇਸ ਹਵਾਲੇ ਦੇ ਨਾਲ, ਜੇ ਤੁਸੀਂ ਉੱਦਾਂ ਸਾਡੇ ਦਰਸ਼ਕਾਂ ਨੂੰ ਕੋਈ ਜਾਣਕਾਰੀ ਦੇ ਸਕੋ। ਪਹਿਲਾਂ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਬਸਤੀਵਾਦ ਦੀ ਮਤਲਬ ਯੁੱਗ ਸੀਗਾ, ਤੇ ਉਦੋਂ ਯੂਰਪੀ ਯੂਨੀਅਨ ਜਿਹੜੀ ਅੱਜ ਕਹੀ ਜਾਂਦੀ ਹੈ, ਯੂਰਪ ਦੇ ਮੁਲਕ ਕਾਫੀ ਤਾਕਤਵਰ ਸੀਗੇ, ਜਿਨ੍ਹਾਂ 'ਚ ਸਿਰਮੌਰ ਸੀਗਾ ਬ੍ਰਿਟਿਸ਼। ਉਹਨਾਂ ਨੇ ਕਲੋਨੀਆਂ ਬਣਾਈਆਂ, ਸਪੇਨ ਨੇ ਕਲੋਨੀਆਂ ਬਣਾਈਆਂ, ਪੁਰਤਗਾਲ ਨੇ ਬਣਾਈਆਂ, ਹਾਲੈਂਡ, ਸਭ ਜਗ੍ਹਾ ਦੁਨੀਆ ਸਾਰੀ 'ਤੇ ਕਬਜ਼ਾ ਕਰ ਲਿਆ ਸੀਗਾ। ਉਹਨਾਂ ਦਾ ਜਦੋਂ ਜੂੜਾ ਖਤਮ ਹੋਇਆ, ਈਵਨ ਨਾਰਥ ਅਮਰੀਕਾ ਦੇ ਵਿੱਚ ਵੀ ਬ੍ਰਿਟਨ ਦਾ ਕਬਜ਼ਾ ਰਿਹਾ, ਫਰਾਂਸ ਦਾ ਰਿਹਾ ਕੁਝ ਏਰੀਏ 'ਚ, ਸਪੇਨ ਦਾ ਰਿਹਾ ਮੈਕਸੀਕੋ ਵਾਲੇ ਏਰੀਏ 'ਚ, ਅਤੇ ਆਪਾਂ ਜੇ ਏਸ਼ੀਆ ਦੇ ਕੰਟੀਨੈਂਟ ਦੀ ਗੱਲ ਕਰੀਏ, ਦੁਨੀਆ ਭਰ 'ਚੋਂ ਕਾਬਜ਼ ਸੀਗੇ। ਜਦੋਂ ਉਹਨਾਂ ਦੀ ਸ਼ਕਤੀ ਹੌਲੀ ਹੌਲੀ ਖਤਮ ਹੋਈ, ਉਹਨਾਂ ਨੂੰ ਇਹ ਬਸਤੀਵਾਦ 'ਚੋਂ ਬਾਹਰ ਆਉਣਾ ਪਿਆ, ਅਤੇ ਫਿਰ ਇਹ ਪਾਵਰ ਆ ਗਈ ਨਾਰਥ ਅਮਰੀਕਾ ਕੋਲ। ਅਤੇ ਇਸ ਤੋਂ ਪਹਿਲਾਂ ਵੀ ਹੁੰਦਾ ਹੋਊਗਾ, ਰਾਜੇ ਰਜਵਾੜੇ ਸਿਕੰਦਰ ਦੀ ਗੱਲ ਕਰਦੇ ਹਾਂ, ਹੋਰਨਾਂ ਦੀ ਗੱਲ ਕਰਦੇ ਹਾਂ, ਆਪਣੇ ਜਿਹੜਾ ਆਟੋਨਮਸ ਕਿਹੜੇ ਉਹ ਅੰਪਾਇਰ ਸੀਗੇ ਆਪਣੇ ਤੁਰਕੀ ਵਾਲੇ, ਜਿਨ੍ਹਾਂ ਦੁਨੀਆ ਦੇ ਕਿੰਨੇ ਹਿੱਸਿਆਂ 'ਤੇ ਰਾਜ ਕੀਤਾ। ਇਹ ਜਦੋਂ ਸ਼ਕਤੀ ਹੌਲੀ ਹੌਲੀ ਖਤਮ ਹੁੰਦੀ ਆ ਅਤੇ ਇੱਕ ਟਕਰਾਅ ਪੈਦਾ ਹੁੰਦੇ ਆ, ਜਿਸ ਤਰ੍ਹਾਂ ਦਾ ਟਕਰਾਅ ਹੁਣ ਚਾਈਨਾ ਅਤੇ ਇੱਧਰ ਪੈਦਾ ਹੋ ਰਿਹਾ ਅਮਰੀਕਾ ਦਾ। ਤੁਸੀਂ ਕੋਈ ਹਵਾਲੇ ਪੁਰਾਣੇ ਨਾਲ ਦੱਸ ਸਕਦੇ ਹੋ ਕਿ ਬ੍ਰਿਟਿਸ਼ ਨਾਲ ਜਦੋਂ ਇਹ ਚੀਜ਼ਾਂ ਹੋਈਆਂ ਹੋਣਗੀਆਂ, ਜਦੋਂ ਯੂਰਪ ਵਾਲੇ ਕੰਟਰੀ ਕਮਜ਼ੋਰ ਪਏ ਔਰ ਤਾਕਤ ਵਧੀ ਅਮਰੀਕਨ ਲੋਕਾਂ ਦੀ, ਅਤੇ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਹੋਇਆ ਹੋਊਗਾ? ਉਸ ਤੋਂ ਪਹਿਲਾਂ ਦੇ ਕੋਈ, ਜੇ ਤੁਹਾਨੂੰ ਇਤਿਹਾਸਕ ਪਿਛੋਕੜ 'ਚ ਕੋਈ ਚੀਜ਼ਾਂ ਯਾਦ ਹੋਣ ਤਾਂ ਆਪਾਂ ਉਹ ਸਾਂਝੀਆਂ ਕਰੀਏ ਦਰਸ਼ਕਾਂ ਨਾਲ। ਦੇਖੋ, ਗੱਲ ਇਹ ਹੈ ਕਿ ਹਮੇਸ਼ਾ ਹੀ ਇੱਦਾਂ ਹੁੰਦਾ ਹੈ ਕਿ ਜਦੋਂ ਗਲੋਬਲ ਲਫ਼ਜ਼ ਦਾ ਅਸੀਂ ਹੁਣ ਵਰਤਣਾ ਸ਼ੁਰੂ ਕੀਤਾ, ਮਤਲਬ ਸੰਸਾਰ ਭਰ ਦੇ ਉੱਤੇ ਕਬਜ਼ੇ ਦੀ ਜਿਹੜੀ ਇੱਕ ਰਹੀ ਹੈ, ਇੱਕ ਮਾਨਸਿਕਤਾ ਰਹੀ ਹੈ ਹਾਕਮਾਂ ਦੀ, ਉਹ ਸਮੇਂ-ਸਮੇਂ ਤੇ ਪ੍ਰਗਟ ਹੁੰਦੀ ਰਹੀ ਹੈ। ਅਲੈਗਜ਼ੈਂਡਰ, ਜਿਹਨੂੰ ਅਸੀਂ ਸਿਕੰਦਰ ਮਹਾਨ ਕਹਿੰਦੇ ਹਾਂ, ਤੇ ਉਹਦੀ ਇੱਕ ਲਾਲਸਾ ਸੀ ਕਿ ਦੁਨੀਆ ਭਰ ਤੇ ਉਹਨੇ ਰਾਜ ਕਰਨਾ ਹੈ। ਸੋ ਤੁਸੀਂ ਕਾਫੀ ਕੁਝ ਵੈਸੇ ਦੱਸ ਦਿੱਤਾ ਤੇ ਉਹਦੀ ਦੁਹਰਾ ਦੀ ਜ਼ਰੂਰਤ ਨਹੀਂ ਹੈ, ਪਰ ਇਹ ਹੈ ਕਿ ਉਹਦੇ ਨਾਲ ਇਹ ਹੈ ਵੀ ਜਿੱਦਾਂ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਤੇ ਉਦਾਂ ਟਕਰਾਅ ਵੀ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਆ, ਤੇ ਸੱਤਾ ਦੇ ਕੇਂਦਰ ਜਦੋਂ ਬਦਲਦੇ ਆ ਤੇ ਫਿਰ ਉਹ ਬਹੁਤ ਸਾਰੀ ਥਾਵਾਂ ਦੇ ਉੱਤੇ ਜੰਗ ਦੇ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਚੀਜ਼ਾਂ ਆ ਜਾਂਦੀਆਂ। ਇਸੇ ਕਰਕੇ ਦੋ ਸੰਸਾਰ ਜੰਗਾਂ ਜਿਹੜੀਆਂ ਅਸੀਂ ਦੇਖੀਆਂ, ਉਹ ਸਿਰਫ ਸੱਤਾ ਵਾਸਤੇ ਹੀ ਲੜਾਈ ਸੀ ਕਿ ਕਿਹਦੀ ਜਿਹੜੀ ਸੱਤਾ ਜਿਹੜੀ ਆ ਉਹ ਰਵੇ। ਤੇ ਜਦੋਂ ਭਾਰਤ ਦੇ ਹਵਾਲੇ ਨਾਲ ਆਪਾਂ ਗੱਲ ਕਰਦੇ ਆ ਤੇ ਭਾਰਤ ਦੇ ਉੱਤੇ ਵੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ,
ਵੀ ਇੱਕ ਸਾਮਰਾਜ ਜਿਹੜਾ ਆ ਉਹ ਸਦਾ ਹੀ ਕੋਈ ਨਾ ਕੋਈ ਕਾਬਜ ਰਿਹਾ, ਕੋਈ ਨਾ ਕੋਈ ਭਾਰਤ ਦੇ ਖਜ਼ਾਨੇ ਨੂੰ ਲੁੱਟਣ ਆਉਂਦਾ ਹੀ ਰਿਹਾ। ਤੇ ਫਿਰ ਲਗਭਗ 1000 ਸਾਲ ਦੀ ਹਕੂਮਤ ਜਿਹੜੀ ਆ ਮੁਗਲ ਸਾਮਰਾਜ ਦੀ ਰਹਿੰਦੀ ਹੈ, ਤੇ ਫਿਰ ਟੁੱਟਦਿਆਂ ਸਾਰਾ ਕੁਝ ਟੁੱਟਦਾ ਹੈ, ਤੇ ਫਿਰ ਬਸਤੀਵਾਦ ਇੱਕ ਨਵੇਂ ਰੂਪ ਦੇ ਵਿੱਚ ਆਉਂਦਾ ਹੈ, ਜਿਹਦਾ ਜ਼ਿਕਰ ਤੁਸੀਂ ਕੀਤਾ ਹੈ ਕਿ ਕੁਝ ਲੋਕ ਵਪਾਰ ਕਰਨ ਦੇ ਨਾਂ ਦੇ ਉੱਤੇ ਭਾਰਤ ਆਉਂਦੇ ਆ, ਤੇ ਫਿਰ ਉਹ ਭਾਰਤ ਦੇ ਮਾਲਕ ਬਣ ਕੇ ਬਹਿ ਜਾਂਦੇ ਆ। ਤੇ ਉਹੀ ਲੋਕ ਹੁੰਦੇ ਆ ਜਿਹੜੇ ਲਗਭਗ ਸਾਰੀ ਦੁਨੀਆ ਤੇ ਆਪਣੀਆਂ ਬਸਤੀਆਂ ਕਾਇਮ ਕਰ ਚੁੱਕੇ ਹੁੰਦੇ ਆ, ਤੇ ਜਿਨ੍ਹਾਂ ਨੂੰ ਅੱਜ ਤੁਸੀਂ ਕਾਮਨਵੈਲਥ ਮੁਲਕਾਂ ਦੇ ਨਾਂ ਦੇ ਉੱਤੇ ਜਾਣਦੇ ਹੋ। ਇਹ ਉਹੀ ਮੁਲਕ ਨੇ ਜਿਹੜੇ ਅੰਗਰੇਜ਼ ਦੀਆਂ ਬਸਤੀਆਂ ਰਹੇ ਨੇ, ਠੀਕ ਹੈ ਜੀ। ਤੇ ਭਾਰਤ ਦੇ ਵਿੱਚ ਵੀ ਇਹੀ ਕੁਝ ਵਾਪਰਦਾ। ਸੋ ਇੱਕ ਤੰਬਾਕੂ ਦਾ ਵਪਾਰ ਕਰਨ ਆਈ ਇੱਕ ਕੰਪਨੀ ਹੌਲੀ ਹੌਲੀ ਉਹ ਅੰਗਰੇਜ਼ ਦੀ ਹਕੂਮਤ ਦੇ ਵਿੱਚ ਤਬਦੀਲ ਕਰ ਦਿੰਦੀ ਹੈ, ਭਾਰਤ ਗੁਲਾਮ ਹੋ ਜਾਂਦਾ ਹੈ। 200 ਸਾਲ ਤੱਕ ਉਹ ਗੁਲਾਮੀ ਜਿਹੜੀ ਆ ਅਸੀਂ ਭੁਗਤਦੇ ਹਾਂ, ਸਾਰੀ ਦੁਨੀਆ ਵੀ ਭੁਗਤਦੀ ਹੈ। ਤੇ ਉਹੀ ਸਮਾਂ ਸੀ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਤੇ ਉਸ ਸਮੇਂ ਦੇ ਪਿਛਲੇ 8-10 ਸਾਲ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਸਾਲਾਂ ਦੇ ਵਿੱਚ ਦੁਨੀਆ ਦੀਆਂ ਬਾਕੀ ਬਸਤੀਆਂ ਜਿਹੜੇ ਮੁਲਕ ਸੀਗੇ ਉਹ ਵੀ ਹੌਲੀ ਹੌਲੀ ਆਜ਼ਾਦ ਹੁੰਦੇ ਚਲੇ ਜਾਂਦੇ ਆ। ਤੇ ਜਿੱਦਾਂ ਅਸੀਂ ਦੇਖ ਰਹੇ ਹਾਂ ਵੀ ਭਾਰਤ 1947 ਚ ਆਜ਼ਾਦ ਹੁੰਦਾ ਹੈ, ਤੇ ਉਸ ਤੋਂ ਬਾਅਦ ਕੇਂਦਰੀ ਮਤਲਬ ਗਲੋਬਲ ਸੱਤਾ ਜਿਹੜੀ ਹੈ ਉਹ ਹੌਲੀ ਹੌਲੀ ਸ਼ਿਫਟ ਹੁੰਦੀ ਹੈ। ਯੂਰਪ ਤੋਂ ਸ਼ਿਫਟ ਹੁੰਦੀ ਹੁੰਦੀ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਨਾਰਥ ਅਮਰੀਕਾ ਵੱਲ ਜਾਂਦੀ ਹੈ, ਤੇ ਨਵੇਂ ਟਕਰਾਅ ਵੀ ਸਾਨੂੰ ਫਿਰ ਦੇਖਣ ਮਿਲਦੇ ਆ। ਫਿਰ ਥੋੜਾ ਟੈਕਨੀਕ ਦਾ ਜਦੋਂ ਜ਼ਮਾਨਾ ਆਉਂਦਾ ਹੈ ਤੇ ਚੀਜ਼ਾਂ ਬਦਲਦੀਆਂ, ਤੇ ਫਿਰ ਨਵੇਂ ਹਥਿਆਰ ਜੋ ਪਰਮਾਣੂ ਬੰਬ ਇਹਨਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ, ਜਿਹਦਾ ਸਿੱਟਾ ਭੁਗਤਣਾ ਪੈਂਦਾ ਜਾਪਾਨ ਨੂੰ। ਤੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਟੈਸਟ ਜਿਹੜੇ ਆ ਉਹ ਦੁਨੀਆ ਨੂੰ ਹਿਲਾ ਕੇ ਰੱਖ ਦਿੰਦੇ ਆ। ਤੇ ਇਹ ਉਹਨਾਂ ਕਹਿ ਲਓ ਵੀ ਪਰਮਾਣੂ ਤਾਕਤ ਦੇ ਸਿਰ ਦੇ ਉੱਤੇ ਹੀ ਤੇ ਆਪਣੀ ਆਰਥਿਕ ਤਾਕਤ ਵਧਾਉਂਦਾ ਚੱਲਿਆ ਜਾਂਦਾ ਅਮਰੀਕਾ, ਤੇ ਦੁਨੀਆ ਦੇ ਉੱਤੇ ਇੱਕ ਨਵੀਂ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ। ਇੱਕ ਸਮਾਜਵਾਦੀ ਕੈਂਪ ਜਿਹੜਾ ਸੋਵੀਅਤ ਯੂਨੀਅਨ ਵਾਲਾ ਉਹ ਸਾਹਮਣੇ ਆ ਜਾਂਦਾ ਹੈ। ਸੋ ਉਹ ਦੌਰ ਸੀ ਜਿਹੜਾ ਦੌਰ ਬਹੁਤ ਤਣਾਅਪੂਰਨ ਤਾਂ ਰਿਹਾ, ਪਰ ਇਹ ਆ ਵੀ ਦੂਜੀ ਸੰਸਾਰ ਜੰਗ ਤੋਂ ਬਾਅਦ ਫਿਰ ਕੋਈ ਕਿਸੇ ਕਿਸਮ ਦੀ ਵਰਲਡ ਵਾਰ ਨਹੀਂ ਲੱਗੀ। ਇੱਕ ਸਰਦ ਰੁੱਤ ਦੇ ਵਿੱਚ ਸਾਰੀਆਂ ਚੀਜ਼ਾਂ ਬਦਲ ਗਈਆਂ, ਜਿਹਨੂੰ ਅਸੀਂ ਠੰਡੀ ਜੰਗ ਦਾ ਦੌਰ ਕਹਿੰਦੇ ਆ। ਉਹ ਦਬਾਅ ਹੁੰਦੇ ਆ, ਇੱਕ ਪਾਸੇ ਸੁਪਰ ਪਾਵਰ ਅਮਰੀਕਾ ਤੇ ਦੂਜੇ ਪਾਸੇ ਸੁਪਰ ਪਾਵਰ ਸੋਵੀਅਤ ਯੂਨੀਅਨ। ਤੇ ਫਿਰ ਪੂੰਜੀਵਾਦ ਆਪਣੀ ਖੇਡ ਖੇਡਦਾ, ਤੇ ਲੰਬੀਆਂ ਗੱਲਾਂ ਤੇ ਅਸੀਂ ਇਹਦੇ ਚ ਬਹੁਤੀ ਨਹੀਂ ਗੱਲ ਕਰਦੇ, ਪਰ ਪੂੰਜੀਵਾਦ ਆਪਣੀ ਖੇਡ ਖੇਡਦਾ ਤੇ ਸੋਵੀਅਤ ਕੈਂਪ ਨੂੰ ਖੇਰੂ ਕਰਦਾ। ਤੇ ਫਿਰ ਇਹ ਲੱਗਦਾ ਕਿ ਇੱਕ ਧਰੁਵੀ ਹੋ ਗਿਆ ਸੰਸਾਰ, ਇੱਕ ਧਰੁਵੀ ਸੰਸਾਰ ਹੋ ਗਿਆ। ਪਰ ਨਾਲ ਦੀ ਨਾਲ ਟੈਕਨੀਕ ਦੇ ਲੈਵਲ ਦੇ ਉੱਤੇ ਨਵੀਂ ਤਾਕਤ ਜਾਪਾਨ ਉੱਭਰਦੀ ਹੈ, ਤੇ ਬਾਕੀ ਜਿਹੜੀ ਤਾਕਤ ਜਿਹੜੀ ਆ ਹੌਲੀ ਹੌਲੀ ਸ਼ਿਫਟ ਹੁੰਦੀ ਹੈ ਚਾਈਨਾ ਵੱਲ। ਤੇ ਆਰਥਿਕ ਲੈਵਲ ਦੇ ਉੱਤੇ ਫਿਰ ਇਹ ਟਕਰਾਅ ਇਸ ਸਥਿਤੀ ਤੇ ਪਹੁੰਚਦਾ ਕਿ ਮਾਰਕੀਟ ਤੇ ਕਬਜ਼ਾ ਕਿਹਦਾ ਹੋਣਾ ਹੈ। ਤੇ ਮਾਰਕੀਟ ਤੇ ਕਬਜ਼ਾ ਜਿਹੜਾ ਆ ਅੱਜ ਦੇ ਦੌਰ 'ਚ ਪਿਛਲੇ 10-15 ਸਾਲਾਂ 'ਚ ਉਹ ਸ਼ਾਇਦ ਚਾਈਨਾ ਜਿਹੜਾ ਲਗਭਗ ਉਹਦੇ 'ਚ ਸਫਲ ਹੋ ਗਿਆ, ਜਿਹਦੇ ਕਰਕੇ ਨਵੇਂ ਟਕਰਾਅ ਸਾਨੂੰ ਦਿਖਾਈ ਦੇ ਰਹੇ ਆ, ਜਿਹਦੇ ਕਰਕੇ ਸਾਨੂੰ ਉਹ ਜਿਹੜੇ ਪੁਰਾਣੇ ਦੁਸ਼ਮਣ ਸੀਗੇ ਕਦੇ ਉਹ ਮਿੱਤਰ ਬਣੇ ਹੋਏ ਨਜ਼ਰ ਆਉਂਦੇ ਆ ਜਦੋਂ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਆ। ਸੋ ਅਲਟੀਮੇਟਲੀ ਇਹਨਾਂ ਸਥਿਤੀਆਂ 'ਚ ਅਸੀਂ ਦੇਖ ਸਕਦੇ ਹਾਂ ਵੀ ਅੱਜ ਕਿਸੇ ਮੁਲਕ ਨੂੰ ਬਸਤੀ ਬਣਾਉਣ ਦੇ ਤਰੀਕੇ ਬਦਲ ਗਏ ਆ। ਜਦੋਂ ਉਦੋਂ ਬਸਤੀ ਬਣਾਈ ਜਾਂਦੀ ਸੀ ਤੇ ਆਰਥਿਕ ਗੁਲਾਮੀ ਦੇ ਨਾਲ ਨਾਲ ਤੁਹਾਡੀ ਫਿਜ਼ੀਕਲ ਜਿਹੜੀ ਗੁਲਾਮੀ ਵੀ ਦਿਖਾਈ ਦਿੰਦੀ ਸੀ। ਅੱਜ ਫਿਜ਼ੀਕਲ ਗੁਲਾਮੀ ਉਸ ਰੂਪ 'ਚ ਨਹੀਂ ਦਿਖਾਈ ਦਿੰਦੀ। ਪਤਾ ਵੀ ਨਹੀਂ ਲੱਗਦਾ ਮੁਲਕ ਦੇ ਲੋਕਾਂ ਨੂੰ, ਮਤਲਬ ਭਾਰਤ ਹੋਵੇ, ਸ਼੍ਰੀਲੰਕਾ ਹੋਵੇ, ਕੋਈ ਵੀ ਹੋਵੇ, ਇੱਥੋਂ ਦੇ ਆਵਾਮ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਨੂੰ ਗੁਲਾਮ ਬਣਾ ਲਿਆ ਗਿਆ। ਤੇ ਉਹ ਗੁਲਾਮ ਕੌਣ ਬਣਾ ਰਿਹਾ, ਪੂੰਜੀ ਬਣਾ ਰਹੀ ਹੈ, ਮੰਡੀ ਬਣਾ ਰਹੀ ਹੈ, ਤੇ ਮੰਡੀ ਤੇ ਕਬਜ਼ਾ ਕਿਹਦਾ ਹੋਵੇ, ਇਹ ਲੜਾਈ ਇਸ ਵੇਲੇ ਦੁਨੀਆ ਭਰ ਦੇ ਵਿੱਚ ਹੈ, ਜਿਹਦੇ 'ਚ ਚੀਨ ਇੱਕ ਬਹੁਤ ਵੱਡੀ ਤਾਕਤ ਬਣ ਕੇ ਉੱਭਰਿਆ, ਜਿਹੜਾ ਪਰੇਸ਼ਾਨ ਕਰਦਾ ਹੈ ਦੂਸਰੀ ਤਾਕਤ। ਬਿਲਕੁਲ ਦਸਾਂਝ ਸਾਹਿਬ, ਤੁਸੀਂ ਬਹੁਤ ਵਿਸਥਾਰ 'ਚ ਵੈਸੇ ਵਧੀਆ ਗੱਲ ਦੱਸਦੀ ਹੈ। ਤੁਹਾਨੂੰ ਕੀ ਲੱਗਦਾ ਹੈ ਹੁਣ ਕਿ ਸੰਸਾਰ ਪਹਿਲਾਂ ਜਿਵੇਂ ਤੁਸੀਂ ਦੱਸਿਆ ਸਾਰਾ ਕੁਝ ਕਿ ਇੱਕ ਧਰੁਵੀ ਹੋ ਗਿਆ ਸੀਗਾ ਸੋਵੀਅਤ ਸੰਘ ਦੇ ਬਿਖਰ ਜਾਣ ਤੋਂ ਬਾਅਦ, ਕੀ ਹੁਣ ਕੋਈ ਦੁਬਾਰਾ ਕੈਂਪ ਖੜਾ ਹੋਏਗਾ, ਦੋ ਤਰ੍ਹਾਂ ਦਾ ਟਕਰਾਅ ਬਣੇਗਾ, ਜਾਂ ਫਿਰ ਇਹ ਜਿਹੜੀ ਆ ਠੰਡੀ ਜੰਗ ਵਾਂਗੂ ਇੱਕ ਦੂਜੇ ਤੇ ਅਟੈਕ ਹੁੰਦੇ ਰਹਿਣਗੇ, ਜਾਂ ਕੋਈ ਜੰਗ ਦਾ ਮੈਦਾਨ ਵੀ ਬਣ ਸਕਦਾ ਕਿਸੇ ਸੂਰਤ ਵਿੱਚ ਜਿਸ ਤਰੀਕੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਆਲੇ ਦੁਆਲੇ? ਕਿਉਂਕਿ ਚਾਈਨਾ ਕਿਤੇ ਨਾ ਕਿਤੇ ਇਕੱਲਾ ਪਿਆ ਲੱਗਦਾ, ਕਦੀ ਕਦੀ ਰਸ਼ੀਆ ਦੀ ਸਪੋਰਟ ਲੱਗਦੀ ਹੈ ਕਿ ਉਹਦੇ ਨਾਲ ਹੈ, ਪਰ ਕਿਉਂਕਿ ਇੱਕ ਪੱਖ ਜਿਹੜਾ ਸੀਗਾ ਸੋਵੀਅਤ ਯੂਨੀਅਨ ਵਾਲਾ ਜਿਹੜਾ ਤਕੜਾ ਮੁਲਕ ਸੀਗਾ ਉਹ ਕਿਤੇ ਵੀਕ ਹੋ ਗਿਆ। ਹਾਲਾਂ ਵੀ ਉਹਦੀ ਤਾਕਤ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ, ਉਹ 'ਚੋਂ 12 ਮੁਲਕ ਨਿਕਲ ਜਾਣ ਦੇ ਬਾਵਜੂਦ, ਅੱਜ ਜਦੋਂ ਉਹ ਯੂਕਰੇਨ 'ਤੇ ਹਮਲਾ ਕਰਦਾ ਤੇ ਨਾਟੋ ਵਾਲੇ ਧਮਕੀਆਂ ਤੋਂ ਸਿਵਾ ਕੋਈ ਦਖਲ ਉਹ 'ਚ ਦੇ ਨਹੀਂ ਪਾਉਂਦੇ। ਅੱਜ ਵੀ ਉਹਦੀ ਦਹਿਸ਼ਤ ਹੈ, ਉਹਦਾ ਡਰ ਹੈ ਕਿ ਅਜੇ ਵੀ ਉਹ ਤਾਕਤਵਰ ਮੁਲਕ ਹੈ, ਭਾਵੇਂ ਉਹਦੀ ਇਕੋਨਮੀ ਕਾਫੀ ਖਸਤਾ ਹਾਲਤ ਵਿੱਚ ਦੱਸੀ ਜਾ ਰਹੀ ਆ।
ਪਰ ਹੁਣ ਜੇ ਅੱਗੇ ਜਾ ਕੇ ਇਹ ਟਕਰਾਅ ਕਿਸੇ ਹੋਰ ਝੜਪਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ ਜਾਂ ਕਿਸੇ ਯੁੱਧ ਦੇ ਰੂਪ ਸਾਹਮਣੇ ਆਉਂਦੇ ਨੇ ਤੇ ਫਿਰ ਸੰਸਾਰ ਫਿਰ ਦੋ ਧਰੂਵੀ ਹੋਣ ਦੀ ਖਦਸ਼ਾ ਹੈ ਕਿਤੇ ਆਪਾਂ ਨੂੰ? ਦੇਖੋ, ਇੱਕ ਸਥਿਤੀ ਇਦਾਂ ਦੀ ਬਣਦੀ ਦਿਖਾਈ ਦੇ ਰਹੀ ਹੈ, ਜਿੱਦਾਂ ਤੁਸੀਂ ਰੂਸ ਤੇ ਯੂਕਰੇਨ ਦਾ ਹਵਾਲਾ ਦਿੱਤਾ ਹੈ ਤੇ ਉਹਦੇ ਨਾਲ ਯੂਰਪੀ ਯੂਨੀਅਨ ਦੇ 12 ਮੁਲਕਾਂ ਦੇ ਵੱਖ ਹੋਣ ਦੀ ਗੱਲ ਕੀਤੀ ਹੈ, ਤੇ ਪਰ ਉਹਨਾਂ ਦੀ ਡਿਪੈਂਡੈਂਸੀ ਜਿਹੜੀ ਹੈ ਉਹ ਹਾਲੇ ਵੀ ਰੂਸ ਦੇ ਉੱਪਰ ਬਣੀ ਹੋਈ ਹੈ। ਤੇ ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਅਸੀਂ ਦੇਖ ਲਿਆ ਕਿ ਤੁਸੀਂ ਨਾਟੋ ਦਾ ਵੀ ਜ਼ਿਕਰ ਕੀਤਾ ਵੀ ਇਹ ਜਿਹੜੀਆਂ ਵੱਡੀਆਂ ਤਾਕਤਾਂ ਅਮਰੀਕਾ ਵਰਗੀਆਂ, ਅਸੀਂ ਦੇਖਿਆ ਕਿ ਇਹ ਫੋਕਾ ਹੀ ਫਾਇਰ ਵਾਲੀਆਂ ਗੱਲਾਂ ਇਹਨਾਂ ਕੋਲ ਰਹਿ ਗਈਆਂ, ਇਹਨਾਂ ਦੇ ਪੱਲੇ ਕੁਝ ਬਹੁਤਾ ਰਿਹਾ ਨਹੀਂ ਤਾਂ ਸਥਿਤੀਆਂ ਸ਼ਾਇਦ ਵੱਖ ਹੁੰਦੀਆਂ। ਤੇ ਇਸੇ ਤਰ੍ਹਾਂ ਡਿਪੈਂਡੈਂਸੀ ਜਿਹੜੀ ਚੀਨ ਦੇ ਉੱਪਰ ਵੀ ਕੁਝ ਮੁਲਕਾਂ ਦੀ, ਖਾਸ ਤੌਰ ਤੇ ਭਾਰਤੀ ਖਿੱਤੇ ਦੇ ਵਿੱਚ ਜਾਂ ਇਹ ਸਾਡੇ ਇਸ ਖਿੱਤੇ ਦੇ ਵਿੱਚ, ਏਸ਼ੀਆਈ ਖਿੱਤੇ ਦੇ ਵਿੱਚ ਚੀਨ ਇੱਕ ਬਹੁਤ ਵੱਡੀ ਤਾਕਤ, ਵੈਸੇ ਤਾਂ ਸੁਪਰ ਪਾਵਰ ਅਸੀਂ ਕਹਿ ਹੀ ਰਹੇ ਹਾਂ ਦੁਨੀਆ ਦੀ ਹੈ, ਪਰ ਸਾਡੇ ਖਿੱਤੇ ਦੇ ਵਿੱਚ ਸਭ ਤੋਂ ਵੱਡੀ ਤਾਕਤ ਵੀ ਉਹੀ ਹੈ। ਤੇ ਚੀਨ ਨੇ ਆਪਣੇ ਛੋਟੇ ਛੋਟੇ ਮੁਲਕ ਜਿਹੜੇ ਕਦੇ ਭਾਰਤ ਦੇ ਮਿੱਤਰ ਮੁਲਕ ਹੁੰਦੇ ਸੀ, ਉਹਨਾਂ ਨੂੰ ਡਿਪੈਂਡ ਕਰਵਾ ਲਿਆ ਆਪਣੇ ਆਪ ਦੇ ਉੱਤੇ। ਪਾਕਿਸਤਾਨ ਤੋਂ ਲੈ ਕੇ ਸ਼੍ਰੀਲੰਕਾ, ਬੰਗਲਾਦੇਸ਼ ਤੱਕ, ਮਤਲਬ ਪਾਕਿਸਤਾਨ ਨੂੰ ਅਸੀਂ ਸਾਈਡ ਤੇ ਵੀ ਰੱਖ ਦਈਏ, ਬਾਕੀ ਜਿੰਨੇ ਵੀ ਮੁਲਕ ਰਹੇ ਆ, ਛੋਟੇ ਛੋਟੇ ਮੁਲਕ ਆ ਜਿਹੜੇ ਭਾਰਤ ਦਾ ਵੀ ਹਿੱਸਾ ਰਹੇ ਆ, ਤੇ ਉਹ ਸਾਰੇ ਮੁਲਕ ਜਿਹੜੇ ਆ ਭਾਰਤ ਦੇ ਨਾਲ ਬਹੁਤ ਵਧੀਆ ਰਿਲੇਸ਼ਨਸ ਹੁੰਦੇ ਸੀ, ਨੇਪਾਲ ਵਰਗਾ ਮੁਲਕ ਵੀ। ਤੇ ਇਹ ਸਾਰੇ ਮੁਲਕਾਂ ਨੂੰ ਡਿਪੈਂਡ ਕਰ ਲਿਆ ਚਾਈਨਾ ਨੇ ਆਪਣੇ ਉੱਤੇ, ਉਹਨਾਂ ਦੀ ਆਰਥਿਕ ਮਦਦ ਦੇ ਨਾਂ ਦੇ ਉੱਤੇ, ਤੇ ਵੱਡੇ ਕਰਜ਼ੇ ਦੇ ਕੇ, ਤੇ ਉਹ ਕਲੈਪਸ ਵੀ ਕਿਵੇਂ ਸ਼੍ਰੀਲੰਕਾ ਹੋਇਆ ਆਪਾਂ ਨੂੰ ਪਤਾ ਹੈ। ਸੋ ਅਲਟੀਮੇਟਲੀ ਇਹ ਡਿਪੈਂਡੈਂਸੀ ਜਿਹੜੀ ਆ ਉਹ ਮਜਬੂਰ ਕਰ ਦਿੰਦੀ ਹੈ ਕਿ ਤੁਸੀਂ ਕਿਹਦੇ ਨਾਲ ਰਹਿਣਾ, ਕਿਹਦੇ ਨਾਲ ਨਹੀਂ ਰਹਿਣਾ। ਤੇ ਉਧਰ ਰੂਸ ਹੈ, ਤੇ ਜੇ ਰੂਸ ਤੇ ਚੀਨ ਦਾ ਜਿਹੜਾ ਗੱਠਜੋੜ ਕਿਸੇ ਵੀ ਰੂਪ ਦੇ ਵਿੱਚ ਸਾਹਮਣੇ ਆਏਗਾ ਤਾਂ ਫਿਰ ਉਹ ਲਾਜ਼ਮੀ ਹੈ ਕਿ ਅਮਰੀਕਾ ਵਰਗੇ ਮੁਲਕ ਜਾਂ ਯੂਰਪੀ ਯੂਨੀਅਨ ਦੇ ਜਿਹੜੇ ਬਾਕੀ ਮੁਲਕ ਰੂਸ ਦੇ ਖਿਲਾਫ ਦਿਖਾਈ ਦੇ ਰਹੇ ਆ ਜਾਂ ਚਾਈਨਾ ਦੇ ਖਿਲਾਫ ਸਾਂਝੀਆਂ ਪ੍ਰੈਸ ਕਾਨਫਰੰਸਾਂ ਕਰਦੇ ਆ, ਤੇ ਉਹਨਾਂ ਨੂੰ ਬਹੁਤ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪਏਗਾ। ਟਕਰਾਅ ਦੀ ਸਥਿਤੀ ਉਸ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਣ ਵਾਲੀ ਵੀ ਹਾਂ ਕੋਈ ਥਰਡ ਵਰਲਡ ਵਾਰ ਜਿਹੜੀ ਆ ਕੋਈ ਸਾਡੇ ਸਾਹਮਣੇ ਆਉਣ ਵਾਲੀ ਹੈ। ਟਕਰਾਅ ਹੁੰਦੇ ਰਹਿਣਗੇ, ਹਿੱਤ ਟਕਰਾਉਂਦੇ ਰਹਿਣਗੇ, ਮੰਡੀ ਤੇ ਕਿਹਦਾ ਕਬਜ਼ਾ ਹੋਵੇ, ਉਹਦੀਆਂ ਵੱਖਰੀਆਂ ਵੱਖਰੀਆਂ ਚਾਲਾਂ ਜਾਂ ਤੌਰ ਤਰੀਕੇ ਜਿਹੜੇ ਆ ਉਹ ਵਰਤੇ ਜਾਂਦੇ ਰਹਿਣਗੇ। ਪਰ ਜੇ ਕਿਸੇ ਦੇ ਉੱਤੇ ਨਿਰਭਰਤਾ ਹੈਗੀ ਆ ਜਾਂ ਡਿਪੈਂਡੈਂਸੀ ਹੈਗੀ ਆ, ਉਹ ਫਿਰ ਮਜਬੂਰ ਕਰੇਗੀ ਵੀ ਹਾਂ ਰਿਲੇਸ਼ਨ ਜਿਹੜੇ ਆ ਤਕਰਾਰ ਵਾਲੇ ਵੀ ਬਣੇ ਰਹਿਣ, ਪਰ ਨਾਲ ਵਪਾਰ ਵਾਲੇ ਵੀ ਬਣੇ ਰਹਿਣ। ਦਸਾਂਝ ਸਾਹਿਬ, ਪੂੰਜੀਵਾਦ ਦਾ ਸਿਖਰ ਕਿਹਾ ਜਾਂਦਾ ਹੈ ਅਜੋਕੇ ਦੌਰ ਨੂੰ, ਤੇ ਇਸ ਤੋਂ ਬਾਅਦ ਕਹਿੰਦੇ ਆ ਕਿ ਜਿਸ ਤਰ੍ਹਾਂ ਹਰ ਚੀਜ਼ ਦਾ ਸਿਖਰ ਹੁੰਦਾ ਤੇ ਫਿਰ ਉਹਦਾ ਪਤਨ ਸ਼ੁਰੂ ਹੋ ਜਾਂਦਾ। ਪਿਛਲੇ 1.5 ਦਹਾਕੇ ਤੋਂ ਸ਼ੁਰੂ ਹੋਇਆ ਇੱਕ ਨਵਾਂ ਕੰਮ ਸੀਗਾ, ਜਿਹੜਾ ਪਿਛਲੇ 1 ਦਹਾਕੇ ਤੋਂ ਹੋਰ ਪੱਕੇ ਪੈਰੀ ਮਜ਼ਬੂਤ ਹੁੰਦਾ ਗਿਆ। ਉਹ ਇਹ ਸੀਗਾ ਕਿ ਰਾਈਟ ਐਕਸਟ੍ਰੀਮਿਜ਼ਮ ਬਹੁਤ ਜ਼ਿਆਦਾ ਵਧਿਆ ਮੁਲਕਾਂ 'ਚ। ਰਾਸ਼ਟਰਵਾਦ ਦੀ ਗੱਲ ਚੱਲੀ, ਅਮਰੀਕਾ ਫਸਟ ਦੀ ਗੱਲ ਕਰਨ ਲੱਗ ਪਏ ਰਾਸ਼ਟਰਪਤੀ ਉੱਥੇ ਆ ਕੇ। ਬਾਕੀ ਮੁਲਕਾਂ ਵਿੱਚ ਵੀ ਰਾਸ਼ਟਰਵਾਦ, ਤੇ ਰਾਸ਼ਟਰਵਾਦ ਵੀ ਜਿਹੜਾ ਉਹ ਨਕਲੀ ਕਿਸਮ ਦਾ ਅੰਧ ਰਾਸ਼ਟਰਵਾਦ। ਤੇ ਹੌਲੀ ਹੌਲੀ ਹੁਣ ਇੱਦਾਂ ਲੱਗਣ ਲੱਗਿਆ ਕਿ ਪਿਛਲੇ ਉਹ ਪਕੜ ਜਿਹੜੀ ਹੈ ਢਿੱਲੀ ਪੈਂਦੀ ਦਿਖਦੀ ਹੈ ਕਿਤੇ। ਬੋਰਿਸ ਜੌਨਸਨ ਦਾ ਜਾਣਾ ਤਾਜ਼ਾ ਘਟਨਾ ਹੈ, ਸ਼ਿੰਬੋ ਆਬੇ ਦਾ ਕਤਲ ਹੋਣਾ, ਤੇ ਉਹਦੇ ਪਿੱਛੇ ਉਹਦੀ ਸਾਰੀ ਸਟੋਰੀ ਜਿਹੜੀ ਮੈਂ ਪੜ੍ਹ ਰਿਹਾ ਸੀ, ਦੇਖ ਰਿਹਾ ਸੀਗਾ ਕਿ ਉਹ ਆਪਣੇ ਸੰਵਿਧਾਨ 'ਚੋਂ ਤਬਦੀਲੀਆਂ ਕਰਨੀਆਂ ਚਾਹ ਰਹੇ ਸੀ ਜਿਹੜੀਆਂ ਬਹੁਤ ਰੂੜੀਵਾਦੀ ਕਿਸਮ ਦੀਆਂ ਸੀ, ਔਰ ਜਿਹੜਾ ਅਮਰੀਕਾ ਉਹਨੂੰ ਸੁਝਾ ਰਿਹਾ ਸੀ ਵੀ ਇਹ ਕਰਨੀਆਂ, ਜਿਹਦਾ ਅੰਦਰ ਖਾਤੇ ਬਹੁਤ ਵਿਰੋਧ ਸੀਗਾ। ਬੋਰਿਸ ਜਿਹੜਾ ਜੌਨਸਨ ਆ, ਉਹਦੇ ਬਾਰੇ ਵੀ ਇਹੋ ਕਿਹਾ ਜਾਂਦਾ ਹੈ ਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਅੱਖਾਂ ਮਿਟੀ ਰੱਖੀਆਂ, ਤੇ ਉਹ ਜਿਹੜਾ ਰਾਈਟ ਐਕਸਟ੍ਰੀਮਿਜ਼ਮ ਹੈਗਾ ਵਾ ਉਹਨੂੰ ਹਵਾ ਮਿਲਦੀ ਰਹੀ। ਭਾਰਤ ਵੀ ਦੀ ਮਿਸਾਲ ਆ, ਤੁਰਕੀ ਲੈ ਲਈਏ, ਦੁਨੀਆ ਭਰ 'ਚ ਵਰਤਾਰਾ ਸੀਗਾ, ਜਿੱਥੋਂ ਹੁਣ ਕਿਤੇ ਮੋੜਾ ਪੈਂਦਾ ਲੱਗਦਾ ਹੈ ਕਿਤੇ ਤੁਹਾਨੂੰ ਥੋੜ੍ਹਾ ਥੋੜ੍ਹਾ। ਤੁਸੀਂ ਇਸ ਪ੍ਰਕਿਰਿਆ ਨੂੰ ਕਿਤੇ ਵਾਚ ਰਹੇ ਹੋ, ਦੇਖਦੇ ਹੋ ਵੀ ਇੱਦਾਂ ਦੀ ਕੋਈ ਗੱਲ ਹੈ, ਜਾਂ ਮੈਂ ਹੀ ਇੱਕ ਖਾਮਖਿਆਲੀ ਦਾ ਸ਼ਿਕਾਰ ਹਾਂ ਕਿ ਜਿਹੜੀ ਬਹੁਤ ਜ਼ਿਆਦਾ ਰਾਈਟ ਐਕਸਟ੍ਰੀਮਿਜ਼ਮ, ਰਾਸ਼ਟਰਵਾਦ ਦਾ ਰੌਲਾ ਪੈ ਰਿਹਾ ਸੀ, ਉਤੋਂ ਅੰਦਰੂਨੇ ਮੁਲਕ ਜਿੱਥੇ ਜਿੱਥੇ ਇਹ ਚੀਜ਼ਾਂ ਹੋਈਆਂ, ਲੋਕਾਂ ਦੇ ਵਿਰੋਧ ਕਰਕੇ ਥੋੜ੍ਹਾ ਥੋੜ੍ਹਾ ਇਹ ਪਿਛਾਂਹ ਨੂੰ ਆਉਣ ਵਾਲਾ ਮਾਹੌਲ ਬਣਦਾ ਜਾ ਰਿਹਾ, ਜਾਂ ਬਣਾਇਆ ਜਾਏਗਾ ਆਉਣ ਵਾਲੇ 5-7 ਸਾਲਾਂ 'ਚ? ਦੇਖੋ, ਇਹਦੀ ਰਫ਼ਤਾਰ ਹੌਲੀ ਹੋ ਸਕਦੀ ਹੈ, ਪਰ ਅਲਟੀਮੇਟਲੀ ਤਾਂ ਇਹ ਹੈ ਕਿ ਇਹਦੇ ਵਿਰੋਧ ਦੇ ਵਿੱਚ ਜਿਹੜੇ ਆ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਗੁੱਸੇ ਦਾ ਪ੍ਰਗਟਾਵਾ ਜਿਹੜਾ ਉਹ ਕਰਨਾ ਹੈ। ਤੇ ਉਹ ਜਿਹੜਾ ਪ੍ਰਗਟਾਵਾ ਆ, ਕਈ ਵਾਰੀ ਜਦੋਂ ਤੁਸੀਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਹੁੰਦੇ ਹੋ ਤਾਂ ਉਹ ਪ੍ਰਗਟਾਵਾ ਤਾਂ ਫਿਰ ਚੋਣਾਂ ਦੇ ਦੌਰਾਨ ਹੀ ਦਿਖਾਈ ਦਿੰਦਾ ਹੈ। ਅਮਰੀਕਾ ਜਿਸ ਪਾਸੇ ਵੱਲ ਨੂੰ ਵੱਧ ਰਿਹਾ ਸੀ, ਉਹ ਅਸੀਂ ਦੇਖਿਆ ਕਿ ਡੋਨਲਡ ਟਰੰਪ ਦੀ ਹਾਰ ਹੋਈ ਹੈ ਤੇ ਜੋ ਬਾਈਡਨ ਆਏ ਆ। ਵੱਖਰੀ ਗੱਲ ਹੈ ਕਿ ਜੋ ਬਾਈਡਨ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਇੱਦਾਂ ਦੀਆਂ ਵਾਪਰ ਗਈਆਂ, ਹੋ ਗਈਆਂ, ਜਿੱਥੋਂ ਲੱਗਦਾ ਹੈ ਕਿ ਜੋ ਬਾਈਡਨ ਵੀ ਜਿਹੜੀ ਅਮਰੀਕੀ ਲੋਕਾਂ ਦੀ ਹੁਣ ਪਸੰਦ ਉਸ ਰੂਪ ਦੇ ਵਿੱਚ ਨਹੀਂ ਹੈ।
ਪਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਕੁਝ ਦੁਨੀਆ ਭਰ ਦੇ ਵਿੱਚ ਚੀਜ਼ਾਂ ਜਿਹੜੀਆਂ ਆ ਉਸ ਰੂਪ ਦੇ ਵਿੱਚ ਸਵੀਕਾਰ ਨਹੀਂ ਕਰ ਰਹੀਆਂ ਵੀ ਹਾਂ ਵੀ ਜੇ ਤੁਸੀਂ ਆਪਣੇ ਆਪ ਨੂੰ ਸਰਬੋਤਮ ਪੇਸ਼ ਕਰਨਾ ਹੈ ਤੇ ਉਹ ਬਹੁਤ ਗਲੇ ਤੋਂ ਉਤਰਨ ਵਾਲੀ ਗੱਲ ਨਹੀਂ। ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਵੀ ਜਿੱਦਾਂ ਹੁਣ ਵੀ ਆਰ ਗ੍ਰੇਟ ਵਾਲਾ ਇੱਕ ਕਨਸੈਪਟ ਹੈ, ਜਿੱਦਾਂ ਅਮਰੀਕਨ ਬੰਦਾ ਕਹਿੰਦਾ ਜਾਂ ਗੋਰਾ, ਮਤਲਬ ਜੋ ਡੋਨਲਡ ਟਰੰਪ ਨੇ ਇੱਕ ਜਿਹੜੀ ਚਲਾ ਦਿੱਤੀ ਸੀ ਇੱਕ ਕੰਪੇਨ ਇਸ ਕਿਸਮ ਦੀ ਹੋ ਗਈ ਸੀ, ਵੀ ਆਰ ਗ੍ਰੇਟ, ਅਸੀਂ ਮਹਾਨ, ਅਸੀਂ ਸਰਬੋਤਮ ਹੈ। ਤੇ ਵੱਖ-ਵੱਖ ਮੁਲਕਾਂ ਦੇ ਵਿੱਚ ਇਹ ਰਾਸ਼ਟਰਵਾਦ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਦੇ ਨਾਲ ਅੰਤਰਰਾਸ਼ਟਰਵਾਦ ਤੱਕ ਗੱਲ ਚੱਲ ਗਈ, ਜਿੱਦਾਂ ਭਾਰਤ ਦੇ ਵਿੱਚ ਹਿੰਦੂ ਉੱਤਮ ਹੈ, ਹਿੰਦੂ ਸਰਵੋਤਮ ਹੈ। ਇਹ ਜਿਹੜੀ ਇੱਕ RSS ਦੀ ਵਿਚਾਰਧਾਰਾ ਆ ਉਹਨੂੰ ਪੋਲੀਟੀਕਲੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਭਾਰਤ ਤੇ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੇ ਉਹਦੇ ਸਿੱਟੇ ਅਸੀਂ ਦੇਖਦੇ ਹਾਂ ਕਿ ਭਾਰਤ ਵਰਗਾ ਜਿਹੜਾ ਸਾਂਝੀ ਤਹਿਜ਼ੀਬ ਵਾਲਾ ਮੁਲਕ ਹੈ ਤੇ ਉੱਥੇ ਜਦੋਂ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਬਣਾਏ ਜਾਣ ਦੀ ਕੋਸ਼ਿਸ਼ ਹੁੰਦੀ ਹੈ ਤੇ ਕਿੰਨੇ ਜ਼ਿਆਦਾ ਸੰਕਟ ਦੀ ਸਥਿਤੀ ਪੈਦਾ ਹੁੰਦੀ ਹੈ, ਟਕਰਾਅ ਪੈਦਾ ਹੁੰਦੇ ਹੈ। ਕਿਉਂਕਿ ਭਾਰਤ ਜਿਹਦੇ 'ਚ 6000 ਜਾਤਾਂ ਆ, 21000 ਸਬ ਕਾਸਟ ਹੈ ਜਿਸ ਮੁਲਕ ਦੇ ਵਿੱਚ, ਵੱਖ-ਵੱਖ ਜਿਹੜੇ ਸੱਭਿਆਚਾਰ ਹੈ, ਵੱਖ-ਵੱਖ ਧਰਮ ਹੈ, ਵੱਖ-ਵੱਖ ਫਿਰਕੇ ਆ, ਬੋਲੀਆਂ ਆ, ਭਾਸ਼ਾਵਾਂ ਆ, ਉੱਥੇ ਪੋਸੀਬਿਲਿਟੀ ਨਹੀਂ ਹੈ ਕਿ ਵੀ ਹਿੰਦੂਤਵ ਜਾਂ ਹਿੰਦੂ ਰਾਸ਼ਟਰ ਦੀ ਜਿਹੜੀ ਧਾਰਨਾ ਆ ਜਾਂ ਜਿਹੜਾ ਇੱਕ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਜੋ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਦਾ ਸੁਪਨਾ ਦੇਖਿਆ ਜਾ ਰਿਹਾ ਉਹ ਜਿਹੜਾ ਆ ਉਹ ਪੂਰਾ ਹੋ ਸਕੇ। ਏਦਾਂ ਦੁਨੀਆ ਭਰ ਦੇ ਵਿੱਚ ਇਹ ਪੋਸੀਬਿਲਿਟੀ ਨਹੀਂ ਹੈ। ਹੁਣ ਤੁਹਾਡਾ ਕੈਨੇਡਾ ਵਰਗਾ ਮੁਲਕ ਜਿਹੜਾ ਆ, ਜਿੱਥੇ ਮੈਨੂੰ ਲੱਗਦਾ ਹੈ ਕਿ ਮਲਟੀਕਲਚਰਡ ਮੁਲਕ ਜਿਸ ਰੂਪ ਦੇ ਵਿੱਚ ਕੈਨੇਡਾ ਆ, ਦੁਨੀਆ ਦਾ ਮਤਲਬ ਸ਼ਾਇਦ ਇੱਕ ਦੋ ਮੁਲਕ ਹੋਰ ਹੋਣਗੇ ਜਿੱਥੇ ਏਦਾਂ ਦੇ ਬਹੁਤ ਸੱਭਿਆਚਾਰਕ ਮਾਹੌਲ ਦੇ ਵਿੱਚ ਲੋਕ ਲੈ ਰਹੇ ਹੋਣ, ਜਿੱਥੇ ਮਤਲਬ ਵੱਖ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਤੋਂ, ਮੇਰਾ ਖਿਆਲ ਹੈ ਵੀ 126-27 ਕੰਟਰੀਜ਼ ਤੋਂ ਕੈਨੇਡਾ ਦੇ ਵਿੱਚ ਆ ਕੇ ਲੋਕ ਬਸੇ ਹੋਏ ਆ। ਏਦਾਂ ਦੇ ਮੁਲਕਾਂ ਦੇ ਵਿੱਚ ਤੁਸੀਂ ਜਿਹੜਾ ਇਹ ਭਰਮ ਪਾਲ ਕੇ ਬੈਠ ਜਾਓ ਵੀ ਹਾਂ ਅਸੀਂ ਗ੍ਰੇਟ ਹੈ, ਵੀ ਆਰ ਗ੍ਰੇਟ ਹੈ, ਤੇ ਉਹ ਜਿਹੜਾ ਭਰਮ ਹੀ ਰਹਿੰਦਾ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਮੋੜਾ ਪੈ ਰਿਹਾ। ਬਾਕੀ ਕਿਸੇ ਵੀ ਕਿਸਮ ਦਾ ਕੋਈ ਮਰਡਰ ਹੈ, ਅਸੀਂ ਤਾਂ ਹਮੇਸ਼ਾ ਉਹਦੀ ਨਿੰਦਾ ਕਰਦੇ ਹਾਂ। ਸ਼ਿੰਬੇ ਹੋਰਾਂ ਦਾ ਮਰਡਰ ਜਿਹੜਾ ਹੋਇਆ ਜਨਤਕ ਇੱਕ ਸਥਾਨ ਤੇ ਹੋਇਆ ਜਦੋਂ ਉਹ ਭਾਸ਼ਣ ਕਰ ਰਹੇ ਸੀ, ਤੇ ਲਾਜ਼ਮੀ ਹੈ ਕਿ ਏਦਾਂ ਦੀਆਂ ਸਥਿਤੀਆਂ ਨਾ ਬਣਨ ਕਿਤੇ ਵੀ, ਕਿਉਂਕਿ ਜਾਪਾਨ ਜਿਹੜਾ ਆ ਗਨ ਕੰਟਰੋਲ ਕਰਨ ਵਾਲਾ ਜਿਹੜਾ ਸਭ ਤੋਂ ਪਹਿਲਾ ਮੁਲਕ ਹੈ ਜਿੱਥੇ ਮਤਲਬ ਬਹੁਤ ਸਖਤ ਨਿਯਮ ਨੇ, ਤੇ ਸਾਲ ਦੇ ਵਿੱਚ 10 ਜਿਹੜੀਆਂ ਮੌਤਾਂ ਵੀ ਜਿਹੜੀਆਂ ਆ ਫਾਇਰਿੰਗ 'ਚ ਨਹੀਂ ਹੁੰਦੀਆਂ। ਮਤਲਬ ਸਭ ਤੋਂ ਘੱਟ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਜਾਪਾਨ ਦੇ ਵਿੱਚ। ਉੱਥੇ ਜੇ ਹਾਦਸਾ ਹੋਇਆ ਤੇ ਇਹਦਾ ਮਤਲਬ ਹੈ ਕਿ ਉਹ 42 ਸਾਲ ਦਾ ਜਿਹੜਾ ਹਮਲਾਵਰ ਸੀ, ਤੇ ਉਹਦੀਆਂ ਡਿਟੇਲਸ ਤੁਸੀਂ ਤਾਂ ਪੜ੍ਹੀਆਂ, ਹਾਲੇ ਮੈਂ ਪੜ੍ਹੀਆਂ ਨਹੀਂ, ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਗੁੱਸੇ 'ਚ ਸੀ ਤੇ ਉਹਨੇ ਬੜੀ ਵਿਧੀ ਦੇ ਨਾਲ ਮਤਲਬ ਇਹ ਮਰਡਰ ਕੀਤਾ। ਉਹਨੂੰ ਗਨ ਨੂੰ ਮਤਲਬ ਕਿਸੇ ਤਰੀਕੇ ਦੇ ਨਾਲ ਲੈ ਕੇ ਆਇਆ। ਮੈਨੂੰ ਯਾਦ ਆ ਗਿਆ ਜਦੋਂ ਮੈਂ ਪੜ੍ਹ ਰਿਹਾ ਸੀ ਵੀ ਜਿੱਦਾਂ ਊਧਮ ਸਿੰਘ ਹੋਰੀ ਜਿਹੜੇ ਆ ਕਿਤਾਬ ਦੇ ਵਿੱਚ ਪਿਸਟਲ ਰੱਖ ਕੇ ਲੈ ਕੇ ਗਏ ਸੀ, ਤੇ ਏਦਾਂ ਇਹਨੇ ਗਨ ਨੂੰ ਬਹੁਤ ਤਰੀਕੇ ਦੇ ਨਾਲ ਮਤਲਬ ਇੱਕ ਪੋਲੀਥੀਨ ਦੇ ਵਿੱਚ ਇਸ ਢੰਗ ਦੇ ਨਾਲ ਉਹਨੂੰ ਲਿਆਂਦਾ ਜਿੱਦਾਂ ਕੈਮਰਾ ਹੋਵੇ। ਇਹ ਲੱਗਦਾ ਸੀ ਉਹ ਕੈਮਰਾ ਆ, ਯਾਨੀ ਉਹਨੂੰ ਕੈਮਰਾ ਗਨ ਹੁਣ ਕਿਹਾ ਗਿਆ। ਸੋ ਬਹੁਤ ਵਿਧੀ ਦੇ ਨਾਲ ਸੋਚ ਸਮਝ ਕੇ ਅਚਾਨਕ ਹੋਇਆ ਮਰਡਰ ਨਹੀਂ ਹੈ ਇਹ। ਸੋ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ, ਤੇ ਉਹਦੇ ਤੋਂ ਲੱਗਦਾ ਹੈ ਵੀ ਭਾਵੇਂ ਹੌਲੀ ਹੌਲੀ ਸੇ ਇੱਕ ਗੁੱਸਾ ਜਿਹੜਾ ਲੋਕਾਂ ਦੇ ਵਿੱਚ ਇਹਦੇ ਖਿਲਾਫ ਵੱਧ ਰਿਹਾ, ਸੋ ਕਾਲ ਰਾਸ਼ਟਰਵਾਦ ਦੇ ਖਿਲਾਫ। ਦਸਾਂਝ ਸਾਹਿਬ, ਜਿੱਥੋਂ ਤੱਕ ਇਹ ਸ਼ਿਬੂ ਆਬੇ ਕੀ ਇਹਨਾਂ ਦਾ ਪੂਰਾ ਨਾਂ ਜੀ, ਆਪਣਾ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦੀ ਡੈਥ ਹੋਈ ਆ, ਉਹਨਾਂ ਨੂੰ ਉੱਥੋਂ ਦਾ ਪ੍ਰਿੰਸ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਜਿਹੜੇ ਗ੍ਰੈਂਡ ਫਾਦਰ ਸੀਗੇ ਉਹ ਵੀ ਕਿਸੇ ਜ਼ਮਾਨੇ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ ਆ, ਤੇ ਉਹਨਾਂ ਦੇ ਫਾਦਰ ਵਿਦੇਸ਼ ਮੰਤਰੀ ਰਹੇ ਸੀ, ਮੈਂ ਜੋ ਕੁਝ ਉਹਨਾਂ ਬਾਰੇ ਜਾਣਿਆ। ਪਰ ਕਿਹਾ ਜਾਂਦਾ ਹੈ ਕਿ ਜਿਹੜੀ ਸੈਕੰਡ ਵਰਲਡ ਵਾਰ ਹੈ, ਆਪਾਂ ਨੂੰ ਪਤਾ ਹੈ ਕਿ ਜਾਪਾਨ ਉਸ ਵਾਰ ਦੇ ਵਿੱਚ ਜਰਮਨ ਦਾ ਦੋਸਤ ਮੁਲਕ ਸੀਗਾ, ਤੇ ਬਾਕੀ ਦੁਨੀਆ ਲਗਭਗ ਇੱਕ ਪਾਸੇ ਸੀ। ਤੇ ਦੂਜੀ ਜੰਗ ਦੇ ਵਿੱਚ ਜਰਮਨਾਂ ਨੂੰ ਤੇ ਜਾਪਾਨੀਆਂ ਨੂੰ ਬੜੀ ਭਾਰੀ ਹਾਰ ਹੋਈ ਸੀ। ਪਰ ਇਹ ਲਗਾਤਾਰ ਜਿਹੜੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਦਾ ਕਤਲ ਹੋਇਆ, ਇਹ ਕੋਈ ਜਗ੍ਹਾ ਆ ਜਸਕੁਨੀ, ਉਹ ਇੱਕ ਧਾਰਮਿਕ ਸਥਾਨ ਦੀ ਤਰ੍ਹਾਂ ਉਹ ਸਥਾਨ ਬਣ ਗਿਆ ਸੀਗਾ ਜਿੱਥੇ ਸੈਕੰਡ ਵਰਲਡ ਵਾਰ ਦੇ ਲੋਕਾਂ ਦੇ ਬਾਰੇ ਗੱਲ ਕੀਤੀ ਜਾਂਦੀ ਸੀ। ਜਾਂ ਤੁਸੀਂ ਇੰਝ ਕਹਿ ਲਓ ਕਿ ਜਿੱਦਾਂ ਜਿਹੜੇ ਜਿਸ ਤਰ੍ਹਾਂ ਵਾਈਟ ਹੈਡ ਲੋਕ ਹੁੰਦੇ ਆ, ਜਾਂ ਜਿਸ ਤਰੀਕੇ ਦੇ ਲੋਕ ਕੱਟੜ ਕਿਸਮ ਦੇ ਲੋਕ ਹੁੰਦੇ ਆ, ਜਾਂ ਜਿੱਦਾਂ ਦੇ ਜਰਮਨ ਸਵਾਸਤਕ ਵਾਲੇ ਨਾਜ਼ੀ, ਉਹ ਜਗ੍ਹਾ ਉਹਨਾਂ ਲੋਕਾਂ ਦੀ ਯਾਦ ਵਿੱਚ ਸੀਗੀ ਜਿੱਥੇ ਬਾਰ-ਬਾਰ ਜਾ ਰਹੇ ਸੀ, ਜਿਹਦਾ ਬਹੁਤ ਬੁਰਾ ਮਨਾਇਆ ਜਾ ਰਿਹਾ ਸੀ ਜਾਪਾਨ ਵਰਗੇ ਮੁਲਕ ਦੇ ਵਿੱਚ। ਮਤਲਬ ਮੈਂ ਇਹ ਗੱਲ ਨੂੰ ਇਸ ਗੱਲ ਨਾਲ ਜੋੜਨਾ ਚਾਹੁੰਦਾ ਕਿ ਜਿਹੜਾ ਇਹ ਪਿੱਛਾ ਖੜੀ ਕੰਮ ਹੈ, ਰੂੜੀਵਾਦੀ ਸੋਚ ਵਾਲਾ ਕੰਮ ਆ, ਉਹਦਾ ਵਿਰੋਧ ਕਿਤੇ ਨਾ ਕਿਤੇ ਹੁੰਦਾ। ਹਾਲਾਂਕਿ ਅਸੀਂ
ਉਹਨਾਂ ਦੀ ਮੌਤ ਦੇ ਉੱਤੇ ਜਿਹੜਾ ਉਹ ਦੁੱਖ ਪ੍ਰਗਟ ਕਰਦੇ ਆ। ਮਾਰਿਆ ਵੀ ਉਹਨਾਂ ਨੂੰ ਇੱਕ ਸਿਪਾਹੀ ਨਹੀਂ ਆ, ਸੁਰੱਖਿਆ ਗਾਰਡ ਨੇ, ਸਿਪਾਹੀ ਨੇ ਮਾਰਿਆ ਜੀ। 41 ਈਅਰ ਦਾ ਇਹ ਵਿਅਕਤੀ ਸੀਗਾ। ਸੋ ਇਹ ਜਿਹੜੀ ਗੱਲ ਹੈ ਭਾਰਤ ਦੇ, ਕਿਉਂਕਿ ਪ੍ਰਧਾਨ ਮੰਤਰੀ ਕਲੇਮ ਕਰਦੇ ਨੇ ਕਿ ਜਿਹੜੇ ਇਹ ਰਾਸ਼ਟਰਪਤੀ ਸੀਗੇ ਉਹ ਸ਼ਿੰਬੋ ਆਬੇ ਨਹੀਂ, ਇਹ ਉਹਨਾਂ ਦੇ ਬੜੇ ਖਾਸ ਨਜ਼ਦੀਕੀ ਦੋਸਤ ਸੀਗੇ। ਤੇ ਭਾਰਤ ਵਿੱਚ ਵੀ ਇਹਦਾ ਕਾਫੀ ਸ਼ੋਕ ਮਨਾਇਆ ਜਾ ਰਿਹਾ, ਕਿਹਾ ਜਾ ਰਿਹਾ ਕੁਝ ਝੰਡੇ ਨੀਵੇਂ ਕੀਤੇ ਔਰ ਉਹਦੇ ਲਈ ਸ਼ੋਕ ਜਿਹੜਾ ਉਹ ਕੀਤਾ ਜਾ ਰਿਹਾ ਜੀ। ਦੋਸਤੀਆਂ ਦਾ ਮਾਮਲਾ ਹੈ, ਦੋਸਤੀ ਕਿਸੇ ਨਾਲ ਵੀ ਹੋ ਸਕਦੀ ਹੈ, ਪਰ ਦੋਸਤੀ ਤੁਸੀਂ ਆਪਣੇ ਵਰਗੇ ਬੰਦੇ ਨਾਲ ਕਰਦੇ ਹੋ। ਬਹੁਤੀ ਜਿਹੜੀ ਦੋਸਤੀ ਤੁਸੀਂ ਦੇਖੋਗੇ ਮਤਲਬ ਆਈਡੀਓਲੋਜੀਕਲ ਲੈਵਲ ਦੇ ਉੱਤੇ ਜਿਹੜੀਆਂ ਦੋਸਤੀਆਂ ਬਹੁਤੀਆਂ ਤਾਂ ਉਮਰ ਨਿਭਦੀਆਂ। ਤੁਸੀਂ ਦੇਖੋਗੇ ਵੀ ਬਹੁਤ ਸਾਰੀ, ਤੁਸੀਂ ਆਪਣਾ ਘੇਰਾ ਦੇਖ ਲਓ, ਤੁਸੀਂ ਆਪਣੇ ਘੇਰੇ 'ਚ ਦੇਖੋਗੇ ਕਿ ਤੁਹਾਡੇ ਮਿੱਤਰ ਉਹੀ ਆ ਜਿਹੜੇ ਲਗਭਗ ਤੁਹਾਡੇ ਨੇੜੇ ਤੇੜੇ ਸੋਚਦੇ ਆ, ਤੁਹਾਡੇ ਵਾਂਗ ਸੋਚਦੇ ਆ। ਵਿਰੋਧੀ ਸੁਰ ਵਾਲਾ ਕੋਈ ਵਿਅਕਤੀ ਜਿਹੜਾ ਆ ਉਹ ਬਹੁਤੀ ਲੰਮੀ ਦੋਸਤੀ ਉਹਨਾਂ ਨਿਭਦੀ ਨਹੀਂ ਹੈ ਤੇ ਸਗੋਂ ਕੌੜ ਪੈਦਾ ਹੋ ਜਾਂਦਾ ਉਹਦੇ ਨਾਲ। ਜੇ ਡੋਨਲਡ ਟਰੰਪ ਬਾਰੇ ਕਹਿੰਦੇ ਰਹੇ ਨੇ ਨਰਿੰਦਰ ਮੋਦੀ ਮੇਰੇ ਬਹੁਤ ਦੋਸਤ ਨੇ, ਇਸ ਨਰਿੰਦਰ ਮੋਦੀ ਦੇ ਉੱਤੇ ਅਮਰੀਕਾ ਨੇ ਪਾਬੰਦੀ ਲਾਈ ਸੀ, ਵੀਜ਼ਾ ਵੀ ਨਹੀਂ ਸੀ ਦਿੱਤਾ ਜਾਂਦਾ, ਉਹ ਡੋਨਲਡ ਟਰੰਪ ਦੇ ਨਾਲ ਫਿਰ ਦੋਸਤੀ ਉਹਨਾਂ ਦੀ ਹੋ ਗਈ। ਤੇ ਦੋਸਤੀ ਦਾ ਫਿਰ ਤੁਹਾਨੂੰ ਪਤਾ ਹੀ ਹੈ ਉਹਦਾ ਰਿਸ਼ਤਾ ਦੋਸਤੀ ਦਾ ਜਿਹੜਾ ਆ ਆਈਡੀਓਲੋਜੀਕਲ ਜਿਹੜਾ ਉਹਦੀ ਜ਼ਮੀਨ ਹੁੰਦੀ ਹੈ। ਜੇ ਸ਼ਿੰਜੇ ਆਵੇ ਦੇ ਨਾਲ ਵੀ ਦੋਸਤੀ ਦਾ ਦਾਅਵਾ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਿਸ ਰਾਸ਼ਟਰਵਾਦ ਦੀ ਅਸੀਂ ਗੱਲ ਕਰਦੇ ਹਾਂ, ਰਾਸ਼ਟਰਵਾਦ ਬਾਰੇ ਜਿਹੜੀ ਅਪਰੋਚ ਜਿਹੜੀ ਜਿਹਨਾਂ ਲੋਕਾਂ ਦੀ ਜਿਸ ਕਿਸਮ ਦੀ ਹੈਗੀ ਆ, ਉਸ ਕਿਸਮ ਦੀ ਅਪਰੋਚ ਜੇ ਉਹਨਾਂ ਨੂੰ ਦਿਖਾਈ ਦਿੰਦੀ ਹੈ ਕਿ ਮੇਰੇ ਵਰਗੀ ਅਪਰੋਚ ਹੈ, ਤੇ ਫਿਰ ਦੋਸਤੀਆਂ ਚੋਂ ਚੀਜ਼ਾਂ ਤਬਦੀਲ ਹੋ ਜਾਂਦੀਆਂ। 4 ਵਾਰ ਸ਼ਿੰਜੇ ਆਬੇ ਜਿਹੜੇ ਆ ਉਹ ਭਾਰਤ ਦਾ ਦੌਰਾ ਕਰ ਚੁੱਕੇ ਸੀ ਤੇ ਨਰਿੰਦਰ ਮੋਦੀ ਨਾਲ ਕਾਫੀ ਨੇੜਤਾ ਦਾ ਦਾਅਵਾ, ਹੀ ਨਹੀਂ ਨੇੜਤਾ ਸੀ ਤੇ ਇਸੇ ਕਰਕੇ ਇਮੀਡੀਏਟ ਜਿਹੜਾ ਆ, ਇਹ ਨਹੀਂ ਕਿ ਸੋਗ ਮਨਾਇਆ ਜਾ ਰਿਹਾ, ਭਾਰਤ ਦੇ ਵਿੱਚ ਕੌਮੀ ਸੋਗ ਦਾ ਜਿਹੜਾ ਐਲਾਨ ਕੀਤਾ ਗਿਆ, ਰਾਸ਼ਟਰੀ ਸੋਗ ਜਿਹੜਾ ਮਨਾਇਆ ਗਿਆ। ਸੋ ਉਹ ਨੇੜਤਾ ਜਿਹੜੀ ਹੈ ਵਿਚਾਰਧਾਰਕ ਤੌਰ ਦੇ ਉੱਤੇ ਦਿਖਾਈ ਦਿੰਦੀ ਹੈ। ਸੋ ਦੁਨੀਆ ਭਰ ਦੇ ਵਿੱਚ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਕਿਤੇ ਵਾਈਟ ਸੁਪਰਮੇਸੀ ਹੈ, ਕਿਤੇ ਧਰਮ ਦੀ ਸੁਪਰਮੇਸੀ ਹੈ, ਕਿਤੇ ਕੋਈ ਹੋਰ ਸੁਪਰਮੇਸੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਦੀ ਤਾਰ ਜਾ ਕੇ ਰਾਸ਼ਟਰਵਾਦ ਜਾਂ ਫਰਜ਼ੀ ਰਾਸ਼ਟਰਵਾਦ ਦੇ ਨਾਲ ਜਿਹੜੀ ਜੁੜ ਜਾਂਦੀ ਹੈ, ਜਿਹਦੇ ਵਿੱਚੋਂ ਦੋਸਤੀ ਆਉਂਦੀ ਹੈ ਜੀ। ਦਸਾਂਝ ਸਾਹਿਬ, ਅਗਲੀ ਖਬਰ ਦਾ ਰੁਖ ਕਰਦੇ ਹਾਂ, ਹੁਣ ਚੱਲੀਏ ਪੰਜਾਬ ਵੱਲ। ਪੰਜਾਬ ਦੇ ਵਿੱਚ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ, ਚਲੋ ਸਾਡੇ ਮੁੱਖ ਮੰਤਰੀਆਂ ਦੀ ਸ਼ਾਦੀ ਦਾ ਸਮਾਂ ਸੀਗਾ, 2-3 ਦਿਨ ਥੋੜ੍ਹਾ ਜਿਹਾ ਮਾਹੌਲ ਉਸ ਤਰ੍ਹਾਂ ਦਾ ਰਿਹਾ ਤੇ ਹੁਣ ਇੱਕ ਸਪਸ਼ਟੀਕਰਨ ਆਇਆ ਸਰਕਾਰ ਵੱਲੋਂ ਕਿ ਸਰਕਾਰ ਦੇ ਵਿੱਚ ਡਿਪਟੀ ਸੀਐਮ ਬਣਾਉਣ ਦਾ ਕੋਈ ਪ੍ਰਸਤਾਵ ਨਹੀਂ ਆ। ਇਹ ਖਬਰ ਤੇ ਕਿਤੇ ਵੀ ਨਹੀਂ ਸੀ, ਪਰ ਇਹਦਾ ਇੱਕ ਖੰਡਨ ਆ ਗਿਆ। ਪਰ ਨਾਲ ਦੀ ਨਾਲ ਇੱਕ ਹੋਰ ਚੀਜ਼ ਆ ਗਈ, ਜਿਹੜੀ ਚੀਫ ਸੈਕਟਰੀ ਦੇ ਦਸਤਖਤਾਂ ਹੇਠ ਇੱਕ ਲੈਟਰ ਕੱਢੀ ਗਈ ਆ ਕਿ ਪੰਜਾਬ ਸਰਕਾਰ ਇੱਕ ਸਲਾਹਕਾਰ ਕਮੇਟੀ ਬਣਾ ਰਹੀ ਆ ਔਰ ਸਲਾਹਕਾਰ ਕਮੇਟੀ ਦਾ ਇੱਕ ਚੇਅਰਮੈਨ ਹੋਏਗਾ, ਕੁਝ ਮੈਂਬਰ ਹੋਣਗੇ, ਪਰ ਉਹ ਆਰਜੀ ਤਰ੍ਹਾਂ ਦੀ ਕਮੇਟੀ ਹੋਏਗੀ ਤੇ ਉਹਦੇ ਬਾਰੇ ਹੁਣ ਅਫਵਾਹ ਆ, ਪਤਾ ਨਹੀਂ ਇਹ 'ਚ ਸੱਚਾਈ ਕਿੰਨੀ ਕਿਹਾ ਕਿ ਕੁਝ ਚੀਜ਼ਾਂ ਨੂੰ ਲੀਗਲਾਈਜ਼ ਕਰਨ ਦੇ ਯਤਨ 'ਚ ਆ ਸਰਕਾਰ। ਜਿਹੜੀ ਬਾਰ-ਬਾਰ ਇਹ ਗੱਲ ਆਉਂਦੀ ਸੀ ਕਿ ਰਾਘਵ ਚੱਡਾ ਹੀਰੀ ਇੱਕ ਪੈਰਲਲ ਸਰਕਾਰ ਚਲਾ ਰਿਹਾ ਤੇ ਉਹ ਹਰ ਮੀਟਿੰਗ ਦੇ ਵਿੱਚ ਅਫਸਰਾਂ ਨੂੰ ਬਿਠਾਉਂਦੇ ਆ ਤੇ ਇਸ ਗੱਲ ਦਾ ਕੁਝ ਅਫਸਰ ਬੁਰਾ ਵੀ ਮਨਾਉਂਦੇ ਸੀ। ਕੁਝ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਜਿਹੜੇ ਪਹਿਲੇ ਚੀਫ ਸੈਕਟਰੀ ਬਦਲੇ ਗਏ, ਜੰਜੂਆ ਸਾਹਿਬ ਲਾਏ ਗਏ ਨੇ ਇੱਕ ਦਿਨ ਪਹਿਲਾਂ, ਉਹਦੇ ਪਿੱਛੇ ਵੀ ਇਹੀ ਸੀ ਕਿ ਚੀਫ ਸੈਕਟਰੀ ਵੀ ਨਿਯਮਾਂ ਮੁਤਾਬਕ ਕੰਮ ਕਰਨਾ ਚਾਹੁੰਦੇ ਸੀ। ਉਹ ਨਹੀਂ ਸੀ ਸਮਝਦੇ ਕਿ ਕੋਈ ਬਾਹਰੀ ਵਿਅਕਤੀ ਸਾਡੇ ਕੰਮਾਂ 'ਚ ਦਖਲ ਦੇਵੇ, ਯਾਨੀ ਕਿ ਪੰਜਾਬ ਦੇ ਪ੍ਰਸ਼ਾਸਨ 'ਚ ਦਖਲ ਦੇਵੇ। ਸਿੱਧੇ ਤੌਰ ਤੇ ਜੇ ਮੈਂ ਕਹਾਂ ਤੇ ਦਿੱਲੀ ਦੀ ਦਖਲਅੰਦਾਜ਼ੀ ਨੂੰ ਨਾ ਤੇ ਪੰਜਾਬੀ ਠੀਕ ਸਮਝ ਰਿਹਾ ਤੇ ਨਾ ਅਫਸਰਸ਼ਾਹੀ ਠੀਕ ਸਮਝਦੀ ਆ, ਪਰ ਸਰਕਾਰ ਕਿਸੇ ਨਾ ਕਿਸੇ ਟੇਢੇ ਢੰਗ ਨਾਲ ਉਹਨਾਂ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਸ਼ਾਸਨ ਦੇ ਵਿੱਚ ਸਲਾਹਕਾਰ ਦੇ ਰੂਪ 'ਚ ਲਿਆਉਣਾ ਚਾਹ ਰਹੀ ਆ ਤੇ ਨਾਂ ਲਿਆ ਜਾ ਰਿਹਾ ਹੈ ਕਿ ਸ਼ਾਇਦ ਰਾਘਵ ਚੱਡਾ ਇਸ ਕਮੇਟੀ ਨੂੰ ਹੈੱਡ ਕਰਨਗੇ, ਚੇਅਰਮੈਨ ਹੋਣਗੇ। ਯਾਨੀ ਕਿ ਇੱਕ ਉਹ ਪੜਦਾ ਸੀ ਜਿਹੜਾ ਕਿ ਪਿੱਛੇ ਬਹਿ ਕੇ ਉਹੀ ਕਰਦੇ ਆ ਸਾਰਾ ਕੁਝ, ਹੁਣ ਉਹ ਸ਼ਰੇਆਮ ਅੱਗੇ ਆ ਕੇ ਕਰ ਸਕਣਗੇ। ਸੋ ਇਹ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਜੇ ਇਹ ਹੁੰਦਾ, ਵਾਕਿਆ ਹੀ ਇੱਦਾਂ ਹੁੰਦਾ, ਉੱਦਾਂ ਅਸੀਂ ਮਹਿਸੂਸ ਕਰਦੇ ਹਾਂ, ਇੱਥੇ NRI ਵੀ ਮਹਿਸੂਸ ਕਰਦੇ ਨੇ, ਬਹੁਤ ਸਾਰੇ ਇੱਥੇ ਜਿਹੜੇ ਸਿਆਣੇ ਲੋਕ ਨੇ ਉਹ ਵੀ ਮਹਿਸੂਸ ਕਰਦੇ ਨੇ ਕਿ ਸਰਕਾਰ ਨੂੰ ਇੱਕ ਥਿੰਕ ਟੈਂਕ ਦੀ ਲੋੜ ਹੈ ਜਿਹੜੇ ਉਹਨਾਂ ਨੂੰ ਸਹੀ ਸਮੇਂ ਸਿਰ ਗਾਈਡ ਕਰ ਸਕੇ, ਪਰ ਉਹ ਪਿਓਰ ਪੰਜਾਬੀ ਐਕਸਪਰਟ ਲੋਕਾਂ ਦਾ ਹੋਣਾ ਬਣਦਾ, ਜਿਹੜੇ ਪੰਜਾਬ ਦੇ ਹਿੱਤਾਂ ਨੂੰ ਪ੍ਰਣਾਏ ਹੋਏ ਲੋਕ ਹੋਣ। ਜੇ ਟੇਢੇ ਢੰਗ ਨਾਲ ਦਿੱਲੀ ਵਾਲਿਆਂ ਨੂੰ ਲਿਆ ਕੇ ਬਿਠਾ ਦਿੱਤਾ ਜਾਂਦਾ, 1-2-4 ਬੰਦੇ ਇੱਥੋਂ ਪਾ ਲਏ, ਬਾਕੀ ਦਿੱਲੀ ਵਾਲੇ, ਯਾਨੀ ਕਿ ਇੱਕ ਪੈਰਲਲ ਸਰਕਾਰ ਚੱਲਦੀ ਆ, ਤੇ ਉਹ ਭਗਵੰਤ ਮਾਨ ਦੇ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ। ਹੁਣ ਤੇ ਲੋਕੀ, ਚਲੋ ਆਪਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ,
ਕਿਹਾ ਗਿਆ ਕਿ ਭਗਵੰਤ ਮਾਨ ਹੋਰਾਂ ਦੀ ਸ਼ਾਦੀ ਜਿਹੜੀ ਆ ਉਹ ਬੜੀ ਸਿੰਪਲ ਰੱਖੀ ਗਈ ਤੇ ਬਾਹਰੀ ਵਿਅਕਤੀਆਂ ਨੂੰ ਨਹੀਂ ਬੁਲਾਇਆ ਗਿਆ, ਸਿਰਫ ਪਰਿਵਾਰਕ ਵਿਅਕਤੀ, ਤੇ ਦਿੱਲੀ ਵਾਲੇ ਸਾਰੇ ਪਰਿਵਾਰਾਂ ਸਮੇਤ ਸੀਗੇ, ਪੰਜਾਬ ਦੇ ਮੰਤਰੀਗਣ ਵੀ ਨਹੀਂ ਸੀ ਤੇ ਬਹੁਤੇ ਲੋਕ ਹੋਰ ਵੀ ਨਹੀਂ ਸੀਗੇ। ਵਿਆਹ ਬਾਰੇ ਤਾਂ ਚਲੋ ਅਸੀਂ ਕੋਈ ਬਹੁਤੀ ਟਿੱਪਣੀ ਨਹੀਂ ਕਰਨੀ। ਉਹ ਜਦੋਂ ਮੈਂ ਜਿਹੜੀ ਤੁਹਾਡੀ ਗੱਲ ਸਾਰੀ ਇਹਦਾ ਜਵਾਬ ਦਊਂਗਾ ਤਾਂ ਅਖੀਰ 'ਚ ਵਿਆਹ ਦਾ ਜ਼ਿਕਰ ਥੋੜਾ ਜਿਹਾ ਇੱਕ ਲਾਈਨ ਦੇ ਵਿੱਚ ਜ਼ਰੂਰ ਆਊਗਾ। ਪਰ ਜਿਹੜੀ ਓਵਰਆਲ ਤੁਸੀਂ ਕੀਤੀ ਹੈ ਡਿਪਟੀ ਸੀਐਮ ਵਾਲੀ ਗੱਲ, ਡਿਪਟੀ ਸੀਐਮ ਵਾਲੀ ਗੱਲ ਜਿਹੜੀ ਉਹਦਾ ਖੰਡਨ ਇਸ ਕਰਕੇ ਆਇਆ ਕਿਉਂਕਿ ਡਿਪਟੀ ਸੀਐਮ ਦੀ ਗੱਲ ਉੱਡ ਗਈ ਵੀ ਰਾਘਵ ਚੱਡਾ ਨੂੰ ਡਿਪਟੀ ਸੀਐਮ ਬਣਾਇਆ ਜਾ ਰਿਹਾ ਹੈ। ਇਹ ਖਬਰਾਂ ਕੁਝ ਚੈਨਲਸ ਨੇ ਚਲਾਤੀਆਂ ਬਿਨਾਂ ਕਿਸੇ ਆਧਾਰ ਤੋਂ, ਤੇ ਉਹ ਆਧਾਰ ਜਿਹੜਾ ਬਣਾਇਆ ਸੁਣੀ ਨਹੀਂ ਖਬਰ ਕਿਸੇ ਚੈਨਲ ਤੇ, ਮੈਂ ਕਿਸੇ ਅਫੀਸ਼ੀਅਲ ਚੈਨਲ ਤੇ ਪ੍ਰੋਪਰਲੀ ਇਹ ਖਬਰ ਨਹੀਂ ਸੁਣੀ। ਐ ਲੱਗਦਾ ਕਿ ਜਿੱਦਾਂ ਸਰਕਾਰ ਨੂੰ ਹਾਂ ਜਿਹੜੇ ਵੈਬ ਚੈਨਲਸ ਜਿਹੜੇ ਹਨ ਉਹਨਾਂ ਨੇ ਗੱਲਾਂ ਉਡਾ ਦਿੱਤੀਆਂ, ਸੋਸ਼ਲ ਮੀਡੀਆ ਤੇ ਗੱਲ ਉੱਡ ਗਈ ਵੀ ਰਾਘਵ ਚੱਡਾ ਜਿਹੜੇ ਆ ਉਹ ਡਿਪਟੀ ਸੀਐਮ ਬਣ ਗਏ। ਠੀਕ ਹੈ ਨਾ ਜੀ। ਉਹ ਖਬਰ ਉੱਡੀ ਉਦੋਂ ਜਦੋਂ ਚੀਫ ਸੈਕਟਰੀ ਸਾਹਿਬ ਨੇ, ਜੰਜੂਆ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ ਇੱਕ ਐਡਵਾਈਜ਼ਰੀ ਕਮੇਟੀ ਜਿਹੜੀ ਆ ਪੰਜਾਬ ਸਰਕਾਰ ਲਈ ਬਣ ਰਹੀ ਹੈ ਤੇ ਉਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਕੁਝ ਮੈਂਬਰ ਹੋਣਗੇ ਤੇ ਇੱਕ ਚੇਅਰਮੈਨ ਹੋਏਗਾ ਜਿਹਨੂੰ ਕੈਬਨਿਟ ਰੈਂਕ ਹੋਏਗਾ। ਇਹ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਤੋਂ ਤੁਰੰਤ ਬਾਅਦ ਜਿਹੜੀ ਵੈਬ ਚੈਨਲਸ ਦੇ ਉੱਤੇ ਤੇ ਕੁਝ ਇੱਕ ਦੇ ਚੈਨਲ ਨੇ ਇਹ ਖਬਰ ਜਿਹੜੀ ਪ੍ਰਮੁਖਤਾ ਨਾਲ ਚਲਾਤੀ ਕਿ ਰਾਘਵ ਚੱਡਾ ਡਿਪਟੀ ਸੀਐਮ ਹੋ ਸਕਦੇ ਆ। ਤੇ ਅਸੀਂ ਮੇਰੀ ਕਿਤੇ ਗੱਲ ਹੋ ਰਹੀ ਸੀ, ਮੈਂ ਤਾਂ ਉਦੋਂ ਵੀ ਇਸ ਗੱਲ ਨੂੰ ਰੱਦ ਕੀਤਾ ਹੈ ਕਹਿ ਕੇ ਕਿ ਜੇ ਉਹਨੂੰ ਡਿਪਟੀ ਸੀਐਮ ਬਣਾਉਣਾ ਹੁੰਦਾ ਤਾਂ ਫਿਰ ਉਹਨੂੰ ਰਾਜ ਸਭਾ ਦੇ ਵਿੱਚ ਕਿਉਂ ਭੇਜਿਆ? ਤੇ ਰਾਜ ਸਭਾ 'ਚ ਨਹੀਂ ਸੀ ਭੇਜਣਾ। ਇਹ ਥੋੜਾ ਕਿ ਹਜੇ 2 ਮਹੀਨੇ ਹੋਏ ਰਾਜ ਸਭਾ ਦਾ ਮੈਂਬਰ ਬਣਾਇਆ, 2.5 ਮਹੀਨੇ, ਤੇ ਉਹ ਤੋਂ ਰਿਜ਼ਾਈਨ ਲੈ ਕੇ ਜੀ ਉਹਨੂੰ ਇੱਥੇ 6 ਮਹੀਨੇ ਮਤਲਬ ਡਿਪਟੀ ਸੀਐਮ ਦੀ ਸਹੁੰ ਚੁਕਾ ਕੇ ਤੁਹਾਨੂੰ 6 ਮਹੀਨੇ ਚੋਣ ਲੜਾਉਣੀ ਪਏਗੀ ਐਮਐਲਏਸ਼ਿਪ ਦੀ। ਤੇ ਇਸ ਕਰਕੇ ਇਹ ਗੱਲ ਨਹੀਂ ਠੀਕ ਨਹੀਂ ਹੈ ਤੇ ਇਹਦਾ ਹੀ ਸਰਕਾਰ ਵੱਲੋਂ ਖੰਡਨ ਆ ਗਿਆ ਜਾਂ ਆਮ ਆਦਮੀ ਪਾਰਟੀ ਵੱਲੋਂ ਖੰਡਨ ਆ ਗਿਆ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕੋਈ ਵੀ ਡਿਪਟੀ ਸੀਐਮ ਜਿਹੜਾ ਨਹੀਂ ਬਣਾਇਆ ਜਾ ਰਿਹਾ। ਹੁਣ ਗੱਲ ਜਿਹੜੀ ਦੂਜੀ ਹੈ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ BK ਜੰਜੂਆ ਸਾਹਿਬ ਨੇ ਤੇ ਜਿਹੜਾ ਜਾਰੀ ਕੀਤਾ ਵੀ ਹਾਂ ਇੱਕ ਐਡਵਾਈਜ਼ਰੀ ਕਮੇਟੀ ਬਣਾਈ। ਇਹ ਗੱਲ ਠੀਕ ਹੈ ਕਿ ਸ਼ਾਇਦ ਇਹ ਗੱਲ ਹੋ ਰਹੀ ਹੋਵੇ ਪਹਿਲਾਂ ਅਨੁਰੁੱਧ ਤਿਵਾਰੀ ਜਿਹੜੇ ਪਹਿਲੇ ਚੀਫ ਸੈਕਟਰੀ ਸੀ ਉਹਨਾਂ ਵੱਲੋਂ ਵੀ ਕੁਝ ਏਦਾਂ ਦਾ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੋਵੇ ਤੇ ਉਹਨਾਂ ਨੇ ਉਹ ਨਾ ਮੰਨੀ ਹੋਵੇ ਗੱਲ, ਕਿਉਂਕਿ ਉਹ ਕਾਂਗਰਸ ਪਾਰਟੀ ਵੇਲੇ ਦੇ ਲਾਏ ਹੋਏ ਚੀਫ ਸੈਕਟਰੀ ਸੀਗੇ ਤੇ ਉਹਨਾਂ ਨੂੰ ਰੱਖਿਆ ਗਿਆ ਚੀਫ ਸੈਕਟਰੀ। ਪਰ ਸ਼ਾਇਦ ਜੋ ਚਾਹੁੰਦੇ ਸੀ ਦਿੱਲੀ ਵਾਲੇ ਉਹ ਨਹੀਂ ਸੀ ਕਰ ਪਾ ਰਹੇ ਉਹ, ਤੇ ਇਸ ਕਰਕੇ ਉਹਨਾਂ ਨੂੰ ਫਿਰ ਜਿਹੜਾ ਹੈ ਛੁੱਟੀ ਤੇ ਭੇਜ ਦਿੱਤਾ ਗਿਆ ਜਾਂ ਕਹਿ ਲਓ ਵੀ ਉਹਨਾਂ ਦੀ ਥਾਂ ਦੇ ਉੱਤੇ ਬਦਲ ਕੇ ਜੰਜੂਆ ਸਾਹਿਬ ਨੂੰ ਚੀਫ ਸੈਕਟਰੀ ਲਿਆਂਦਾ ਗਿਆ ਤੇ ਉਹਨਾਂ ਨੇ ਆਉਂਦੇ ਤੀਜੇ ਦਿਨ ਜਿਹੜਾ ਆ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਜੇ ਤੋਂ ਇਹ ਥੋੜਾ ਜਿਹਾ ਜ਼ਰੂਰ ਸਾਨੂੰ ਸੰਕੇਤ ਮਿਲਦੇ ਆ ਵੀ ਸ਼ਾਇਦ ਜੰਜੂਆ ਉਹਨਾਂ ਨੂੰ ਲਾਇਆ ਹੀ ਇਸ ਕਰਕੇ ਗਿਆ ਕਿ ਆਪਣੀ ਮਰਜ਼ੀ ਦੇ ਜਿਹੜੇ ਆ ਉਹ ਕੰਮ ਜਿਹੜੇ ਉਹਨਾਂ ਤੋਂ ਕਰਵਾਏ ਜਾ ਸਕਦੇ ਆ ਤੇ ਪਹਿਲੀ ਮਰਜ਼ੀ ਜਿਹੜੀ ਆ ਸਾਡੇ ਸਾਹਮਣੇ ਆ ਗਈ। ਨੋਟੀਫਿਕੇਸ਼ਨ ਰਾਹੀਂ ਉਹਨਾਂ ਨੇ ਕਹਿ ਦਿੱਤਾ ਕਿ ਐਡਵਾਈਜ਼ਰੀ ਕਮੇਟੀ ਬਣੇਗੀ ਤੇ ਐਡਵਾਈਜ਼ਰੀ ਕਮੇਟੀ ਦੇ ਅਧਿਕਾਰ ਵੀ ਉਹਨਾਂ ਨੇ ਦੱਸ ਦਿੱਤੇ ਕੀ ਹੋਣਗੇ। ਉਹ ਅਧਿਕਾਰ ਇਹ ਦੱਸੇ ਵੀ ਇੱਕ ਤਾਂ ਇਹ ਹੈ ਵੀ ਚੇਅਰਮੈਨ ਕੈਬਨਿਟ ਰੈਂਕ ਦਾ ਹੋਏਗਾ, ਦੂਜਾ ਇਹ ਹੈ ਵੀ ਹੁਣ ਸਰਕਾਰੀ ਜਿਹੜੇ ਅਫਸਰ ਹੈ ਜਾਂ ਕਹਿ ਲਓ ਵੀ ਇਹ ਲੌਬੀ ਜਿਹੜੀ ਹੈ ਇਹਨਾਂ ਸਾਰਿਆਂ ਨਾਲ ਡੀਲ ਜਿਹੜੀ ਹੈ ਇਹ ਐਡਵਾਈਜ਼ਰੀ ਕਮੇਟੀ ਕਰਨਗੇ ਜਾਂ ਉਹ ਕੈਬਨਿਟ ਰੈਂਕ ਦੇ ਚੇਅਰਮੈਨ ਜਿਹੜੇ ਹੈਗੇ ਉਹ ਵੀ ਕਰਨਗੇ। ਤੇ ਇਹਦਾ ਨਾਲ ਹੀ ਇਹ ਗੱਲ ਆ ਗਈ ਸੰਭਾਵਨਾ ਇਹ ਪ੍ਰਗਟ ਕੀਤੀ ਜਾਣ ਲੱਗੀ ਕਿ ਰਾਘਵ ਚੱਡਾ ਹੀ ਉਹਦੇ ਚੇਅਰਮੈਨ ਹੋਣਗੇ। ਸੋ ਜਾਂ ਤਾਂ ਤੁਸੀਂ ਇਹਨੂੰ ਏਦਾਂ ਕਹਿ ਲਓ ਵੀ ਭਗਵੰਤ ਮਾਨ ਹੋਰਾਂ ਦੀ ਤਾਕਤ ਜਿਹੜੀ ਹੈ ਉਹਨੂੰ ਬਿਲਕੁਲ ਘਟਾ ਦਿੱਤਾ ਗਿਆ ਹੈ ਵੀ ਜੇ ਤੁਸੀਂ ਡਾਇਰੈਕਟ ਜਿਹੜਾ ਡੀਲ ਕਰਨਾ ਅਫਸਰਸ਼ਾਹੀ ਦੇ ਨਾਲ ਤੇ ਅਫਸਰਾਂ ਦੇ ਨਾਲ ਤਾਂ ਫਿਰ ਇਹ ਕਮੇਟੀ ਕਰੇਗੀ ਜਾਨੀ ਰਾਘਵ ਚੱਡਾ ਕਰਨਗੇ। ਹਾਲੇ ਰਾਘਵ ਚੱਡਾ ਨੂੰ ਚੇਅਰਮੈਨ ਲਾਇਆ ਨਹੀਂ ਗਿਆ, ਨਾ ਹੀ ਐਡਵਾਈਜ਼ਰੀ ਕਮੇਟੀ ਸਾਡੇ ਸਾਹਮਣੇ ਆ ਵੀ ਕਿਹੜੇ ਕਿਹੜੇ ਉਹਦੇ ਮੈਂਬਰ ਲਏ ਗਏ ਆ, ਉਹ ਲੈ ਜਾਣਗੇ। ਪਰ ਅਸੀਂ ਇਸ ਸੰਭਾਵਨਾ ਨੂੰ ਦੇਖਦੇ ਹੋਏ ਗੱਲ ਕਰਦੇ ਹਾਂ ਵੀ ਜੇ ਸੱਚਮੁੱਚ ਉਹਨਾਂ ਨੂੰ ਹੀ ਚੇਅਰਮੈਨ ਲਾਇਆ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਡਾਇਰੈਕਟ ਡੀਲ ਜਿਹੜੀ ਹੈ ਉਹ ਅਫਸਰਸ਼ਾਹੀ ਦੇ ਨਾਲ ਉਹਨਾਂ ਦੀ ਹੋਏਗੀ ਤੇ ਜਿਹੜੀ ਅਪਰੂਵਲ ਲੈਂਦੇ ਆ ਪਹਿਲਾਂ ਅਪਰੂਵਲ ਜਿਹੜੀ ਲੈਂਦੇ ਸੀ ਅਫਸਰ ਜਿਹੜੀ ਹਰ ਮਾਮਲੇ ਦੀ ਉਹ ਸੀਐਮ ਤੋਂ ਲੈਂਦੇ ਸੀ, ਉਹ ਅਪਰੂਵਲ ਵੀ ਹੁਣ ਰਾਘਵ ਚੱਡਾ ਜਿਹੜੇ ਆ ਉਹ ਤਿਆਰ ਕਰਨਗੇ। ਵੱਖਰੀ ਗੱਲ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕੁਝ ਅਹਿਮ ਮਾਮਲੇ ਉਹਨਾਂ ਤੇ ਆਖਰੀ ਜਿਹੜੀ ਸਾਈਨਿੰਗ ਅਥਾਰਟੀ ਹੈ ਉਹ ਤਾਂ ਸੀਐਮ ਹੀ ਰਹਿਣਗੇ, ਪਰ ਉਹ ਸਾਰਾ ਕੁਝ ਪਹਿਲਾਂ ਤੈਅ ਕਰ ਲਿਆ ਜਾਏਗਾ ਅਫਸਰਸ਼ਾਹੀ ਦੇ ਨਾਲ ਤੇ ਉਹਨੂੰ ਬਸ ਅਮਲੀ ਰੂਪ ਜਿਹੜਾ ਦੇਣ ਵੇਲੇ ਜਿਹੜਾ ਉਹ ਸਿਰਫ ਸਾਈਨਿੰਗ ਅਥਾਰਟੀ ਦੇ ਤੌਰ ਦੇ ਉੱਤੇ ਸੀਐਮ ਮਾਨ ਜਿਹੜੇ ਰਹਿਣਗੇ ਜਿੱਦਾਂ ਅਸੀਂ ਰਾਜਪਾਲ ਜਾਂ ਰਾਸ਼ਟਰਪਤੀ ਨੂੰ ਦੇਖਦੇ ਹਾਂ। ਸੋ ਇਸ ਕਰਕੇ ਦਾ ਮਤਲਬ ਹੈ ਕਿ ਭਗਵੰਤ ਮਾਨ ਹੋਣੀ ਜਿਹੜੇ ਆ ਉਹਨੂੰ ਭਾਰ ਮੁਕਤ ਕਰ ਦਿੱਤਾ ਜਾਏਗਾ, ਗਿਆ ਨਹੀਂ ਹਾਲੇ। ਜੇ ਏਦਾਂ ਭਾਰ ਮੁਕਤ ਕਰ ਦਿੱਤਾ ਜਾਏਗਾ ਤਾਂ ਕੀ ਸੱਚਮੁੱਚ ਭਗਵੰਤ ਮਾਨ ਭਾਰ ਮੁਕਤ ਹੋਣਗੇ ਜਾਂ ਭਾਰ ਯੁਕਤ ਹੋ ਜਾਣਗੇ? ਉਹਨਾਂ ਦੇ
ਮਨ ਤੇ ਹੋਰ ਭਾਰ ਪੈਣਗੇ, ਨਵੇਂ ਭਾਰ ਪੈਣਗੇ, ਕੀ ਪਰਿਸਥਿਤੀਆਂ ਬਣ ਸਕਦੀਆਂ, ਇਹ ਤਾਂ ਹੁਣ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਜੇ ਇਸ ਤਰ੍ਹਾਂ ਹੋਏਗਾ, ਇੱਕ ਗੱਲ ਤਾਂ ਠੀਕ ਹੈ ਤੁਹਾਡੀ ਵੀ, NRI ਭਾਈਚਾਰਾ ਨਹੀਂ, ਅਸੀਂ ਵੀ ਚਾਹੁੰਦੇ ਹਾਂ ਵੀ ਸਰਕਾਰ ਦੇ ਕੋਲ ਇੱਕ ਥਿੰਕ ਟੈਂਕ ਹੋਣਾ ਚਾਹੀਦਾ, ਕੋਈ ਇਸ ਤਰ੍ਹਾਂ ਦਾ ਜ਼ਰੂਰ ਇੱਕ ਚਾਹੀਦਾ ਤਬਕਾ ਜਿਹੜਾ ਤੁਹਾਨੂੰ ਇਹ ਦੱਸੇ ਵੀ ਹਾਂ ਕਿੱਥੇ ਗਲਤ ਹੈ ਕਿੱਥੇ ਸਹੀ ਹੈ। ਪਰ ਅਲਟੀਮੇਟਲੀ ਉਹ ਫੈਸਲੇ ਲੈਣ ਦੀ ਜਿਹੜੀ ਤਾਕਤ ਹੈ ਉਹ ਸਿਰਫ CM ਸਾਹਿਬ ਜਾਂ ਸਰਕਾਰ ਕੋਲ ਰਹਿਣੀ ਚਾਹੀਦੀ ਹੈ, ਸਿਰਫ ਤੁਹਾਨੂੰ ਐਡਵਾਈਜ਼ ਕਰਨ ਵਾਸਤੇ। ਪਰ ਉਹਦੇ ਵਾਸਤੇ ਵੀ ਪੰਜਾਬ ਦੇ ਕੋਲ ਕਿਹੜੀ ਕਮੀ ਹੈ? ਪੰਜਾਬ 'ਚ ਬੜੇ ਲੋਕ ਨੇ, ਬੜੇ ਯੋਗ ਲੋਕ ਨੇ, ਉਹਨਾਂ ਨੂੰ ਲਿਆ ਜਾ ਸਕਦਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਸਾਡੀਆਂ ਚੀਜ਼ਾਂ ਨੂੰ ਸੈੱਟ ਕਰਨ ਵਾਸਤੇ। ਪਰ ਦਿੱਲੀ ਕਿਉਂ ਚਾਹੇਗੀ? ਦਿੱਲੀ ਹਮੇਸ਼ਾ ਹੀ ਇਹ ਚਾਹੇਗੀ ਵੀ ਪੰਜਾਬ ਨੂੰ ਆਪਣੇ ਤਰੀਕੇ ਨਾਲ ਚਲਾਇਆ ਜਾਏ। ਜੋ ਅਰਵਿੰਦ ਕੇਜਰੀਵਾਲ ਚਾਹੁੰਦੇ ਆ ਉਹ ਰਾਘਵ ਚੱਡਾ ਰਾਹੀਂ ਪੰਜਾਬ ਦੇ ਵਿੱਚ ਆਪਣੀ ਹੁਕੂਮਤ ਜਿਹੜੀ ਹੈ ਚਲਾਈ ਜਾਏ। ਆਖਰੀ ਗੱਲ ਇਸ ਚ ਮੈਂ ਸਿਰਫ ਇਹੀ ਕਹਿਣੀ ਹੈ, ਜਦੋਂ ਮੈਂ ਕਿਹਾ ਸੀ ਵੀ ਵਿਆਹ ਦਾ ਜ਼ਿਕਰ ਇੱਕ ਲਾਈਨ ਚ ਕਰੂੰਗਾ, ਉਹ ਇਹ ਆ ਵੀ ਵਿਆਹ ਜਿਹੜਾ ਹੋਇਆ, ਇਸ ਵਿਆਹ ਦੇ ਵਿੱਚ ਪਿਤਾ ਦੀ ਭੂਮਿਕਾ, ਲੜਕੀ ਦੇ ਪਿਤਾ ਦੀ ਭੂਮਿਕਾ ਚ ਅਰਵਿੰਦ ਕੇਜਰੀਵਾਲ ਸੀਗੇ, ਤੇ ਲੜਕੀ ਦੇ ਭਰਾ ਦੀ ਭੂਮਿਕਾ ਦੇ ਵਿੱਚ ਰਾਘਵ ਚੱਡਾ ਸੀ। ਯਾਨੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਡਾ ਨੇ ਲੜਕੀ ਦੇ ਪਰਿਵਾਰ ਦੀਆਂ ਸਾਰੀਆਂ ਰਸਮਾਂ ਜਿਹੜੀਆਂ ਨਿਭਾਈਆਂ। ਤੇ 48 ਘੰਟੇ ਦੇ ਬਾਅਦ ਇਸ ਵਿਆਹ ਦਾ ਭਗਵੰਤ ਮਾਨ ਨੂੰ ਸ਼ਗਨ ਪਾਤਾ ਉਹਨਾਂ ਨੇ ਰਾਘਵ ਚੱਡਾ ਦੇ ਰੂਪ ਦੇ ਵਿੱਚ ਚੇਅਰਮੈਨ ਜਿਹੜਾ ਲਾਉਣਾ ਐਡਵਾਈਜ਼ਰੀ ਕਮੇਟੀ। ਅੱਛਾ, ਅਸੀਂ ਦਾਵਾ ਨਹੀਂ ਕਰ ਸਕਦੇ ਕਿ ਰਾਘਵ ਚੱਡਾ ਹੀ ਇਹਦੇ ਬਣਨਗੇ, ਪਰ ਜਿਹੜਾ ਸ਼ਬਦ ਕਹਿੰਦੇ ਆ, ਉਹ ਜਿਹੜੀ ਨੋਟੀਫਿਕੇਸ਼ਨ ਹੋਈ ਆ, ਜੇ ਤੁਸੀਂ ਵੇਖੀ ਹੋਵੇ, ਮੈਂ ਸੁਣਿਆ ਕਿਤੇੋਂ ਕਿ ਉਹਦੇ 'ਚ 3 ਵਾਰ ਇਹ ਸ਼ਬਦ ਆਇਆ ਕਿ ਕਮੇਟੀ ਜਾਂ ਚੇਅਰਮੈਨ ਬਿਲਕੁਲ ਆਰਜੀ ਤੌਰ ਤੇ ਹੋਣਗੇ, ਕਦੀ ਵੀ ਇਹਨਾਂ ਨੂੰ ਹਟਾ ਦਿੱਤਾ ਜਾਊਗਾ, ਬਦਲ ਦਿੱਤਾ ਜਾਊਗਾ। ਔਰ ਦੂਸਰਾ ਇਹ ਕਿਹਾ ਗਿਆ ਕਿ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੱਤਾ ਜਾਂ ਤਨਖਾਹ ਜਾਂ ਕੋਈ ਆਫਿਸ ਜਾਂ ਕੋਈ ਹੋਰ ਫੈਸਿਲਿਟੀ ਜਿਹੜੀ ਆ ਉਹ ਨਹੀਂ ਮਿਲੇਗੀ। ਇੱਥੋਂ ਵੀ ਲੋਕੀ ਵੱਖ-ਵੱਖ ਇਹਦੇ ਅਰਥ ਕੱਢ ਰਹੇ ਆ, ਤੇ ਮੈਨੂੰ ਇੰਝ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਜਿੱਦਾਂ ਆਰਜੀ ਸ਼ਬਦ ਵਰਤਿਆ ਗਿਆ, ਜਿਹੜੀ ਪਹਿਲੀ ਕਮੇਟੀ ਬਣਾਈ ਜਾਵੇ ਉਹਦੇ ਵਿੱਚ ਇਸ ਤਰ੍ਹਾਂ ਦਾ ਸਿੱਧਾ ਐਕਸ਼ਨ ਨਾ ਲਿਆ ਜਾਵੇ ਕਿ ਰਾਘਵ ਚੱਡਾ ਹੀ ਉਹਦੇ ਮੁਖੀ ਬਣ ਜਾਣ। ਕਿਤੇ ਲੱਗਦਾ ਹੈ ਕਿ ਲੋਕਾਂ ਦਾ ਵਿਰੋਧ ਵੇਖ ਕੇ ਜਾਂ ਲੋਕਾਂ ਨੂੰ ਟੈਸਟ ਕਰਕੇ ਫਿਰ ਉਹਦੇ ਵਿੱਚ ਅਦਲਾ ਬਦਲੀ ਹੁੰਦੀ ਰਿਹਾ ਕਰੇਗੀ। 2 ਮਹੀਨੇ ਬਾਅਦ ਕੋਈ ਹੋਰ ਵੀ ਆ ਸਕਦਾ ਆ, ਕਿਸੇ ਨੂੰ ਦਿੱਲੀ ਵਾਲੇ ਨੂੰ ਜਾਂ ਜਿਹਨੂੰ ਵੀ ਲੈਣਾ ਚਾਹਣ ਇਹ ਕਰ ਸਕਦੇ ਆ। ਪਰ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿ ਜਿਸ ਤਰ੍ਹਾਂ ਪਿੱਛੇ ਹੁੰਦਾ ਆ, ਵਿਰੋਧ ਹੁੰਦਾ ਆ, ਭਾਵੇਂ ਬਹੁਤਾ ਉਹਦਾ ਉਹਨਾਂ ਨੇ ਧਿਆਨ ਨਹੀਂ ਕੀਤਾ, ਨਾ ਦਿੱਲੀ ਵਾਲਿਆਂ ਨੇ ਨਾ ਭਗਵੰਤ ਮਾਨ ਰਾ ਨੇ, ਬਸ ਇਹੋ ਹੀ ਕਹਿੰਦੇ ਰਹੇ ਕਿ ਉਹ ਲੀਗਲ ਜੀ ਟਰਮ ਬਣਾਉਂਦੇ ਰਹੇ, ਕਦੀ ਉਹ ਜਿਹੜਾ ਆਪਣਾ ਨੌਲੇਜ ਸ਼ੇਅਰਿੰਗ ਦਾ ਐਗਰੀਮੈਂਟ ਕਰਕੇ ਜਾਂ ਕੁਝ ਇੱਦਾਂ ਦੇ ਬਹਾਨੇਬਾਜ਼ੀ ਕਰਕੇ। ਅਸਲ ਵਿੱਚ ਮੈਨੂੰ ਨਹੀਂ ਲੱਗਦਾ ਕਿ ਪੈਂਦੀ ਸੱਟੇ ਹੀ ਉਹ ਮਤਲਬ ਰਾਘਵ ਚੱਡਾ ਨੂੰ ਦਾ ਚੇਅਰਮੈਨ ਲਾ ਦੇਣਗੇ। ਇਹਦਾ ਬੜਾ ਭਾਰੀ ਵਿਰੋਧ ਹੋਊਗਾ, ਬਹੁਤ ਭਾਰੀ ਵਿਰੋਧ ਹੋਊਗਾ ਪੰਜਾਬ 'ਚ, ਕਿਉਂਕਿ ਅੱਗੇ ਅਸੀਂ ਦੇਖਦੇ ਹਾਂ ਕਿ ਪੰਜਾਬੀ ਇਸ ਗੱਲ ਤੋਂ ਕਾਫੀ ਨਾਰਾਜ਼ ਨੇ ਕਿ ਦਿੱਲੀ ਦਾ ਦਖਲ ਇਸ ਤਰੀਕੇ ਦਾ ਜਿਹੜਾ ਉਹ ਸਾਨੂੰ ਮਨਜ਼ੂਰ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਆਰਜੀ ਸ਼ਬਦ ਦਾ ਮਤਲਬ ਇਹ ਆ ਕਿ ਫਿਲਹਾਲ ਉਹ ਕਿਸੇ ਹੋਰ ਨੂੰ ਬਣਾ ਕੇ ਲੋਕਾਂ ਦਾ ਨਬਜ਼ ਪੜਨਗੇ, ਹੌਲੀ ਹੌਲੀ ਫਿਰ ਆਪਣੇ ਬੰਦਿਆਂ ਨੂੰ ਵਿੱਚ ਵਾੜ ਲੈਣਗੇ। ਮੈਨੂੰ ਇੱਦਾਂ ਦੀ ਗੱਲ ਲੱਗਦੀ ਆ। ਮੈਨੂੰ ਨਹੀਂ ਲੱਗਦਾ ਕਿ ਸਿੱਧਾ ਰਾਘਵ ਚੱਡਾ ਨੂੰ ਦਾ ਚੇਅਰਮੈਨ ਲਾ ਦੇਣਗੇ। ਦੇਖੋ ਗੱਲ ਇਹ ਆ ਵੀ ਵਿਰੋਧ ਦਾ ਮਾਮਲਾ ਜਿਹੜਾ, ਇਹ ਮਾਮਲਾ ਇਸ ਕਿਸਮ ਦਾ, ਇਹ ਤੇ ਕੋਈ ਵਿਰੋਧ ਕੋਈ ਜਨਤਕ ਵਿਰੋਧ ਥੋੜ੍ਹਾ ਹੋਣਾ, ਲੋਕਾਂ ਨੇ ਸੜਕਾਂ ਤੇ ਥੋੜ੍ਹਾ ਆ ਜਾਣਾ। ਇਹਦਾ ਲੋਕਾਂ ਨਾਲ ਸਿੱਧਾ ਲੋਕਾਂ ਨੂੰ ਲੱਗਦਾ, ਲੋਕਾਂ ਨੂੰ ਲੱਗੂਗਾ ਸਾਡੇ ਨਾਲ ਕੀ ਦਾ ਰਿਲੇਸ਼ਨ ਹੈ, ਸਰਕਾਰ ਚਲਾਉਣੀ ਹੈ, ਕਿੱਦਾਂ ਚਲਾਉਂਦੇ ਕਿੱਦਾਂ ਨਹੀਂ। ਪੋਲੀਟੀਕਲ ਪਾਰਟੀਆਂ ਉਹ ਜ਼ਰੂਰ ਵਿਰੋਧ ਕਰਨਗੀਆਂ, ਚੈਨਲਸ ਦੇ ਉੱਤੇ ਡਿਬੇਟ ਹੋਏਗੀ, ਪਰ ਇਹ ਆ ਵੀ ਚੈਨਲ ਜਿਹੜੇ ਆ ਉਹ ਬਹੁਤੇ ਜਿਹੜੇ ਆ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਜਿਹੜੇ ਪੰਜਾਬੀ ਦੇ ਚੈਨਲ ਦੀ ਮੈਂ ਗੱਲ ਕਰਦਾ, ਉਹ ਬਹੁਤੀ ਮਤਲਬ ਇਸ ਢੰਗ ਦੇ ਨਾਲ ਜਿੱਦਾਂ ਮੀਡੀਆ ਨੂੰ ਕੰਟਰੋਲ ਕਰਨ ਵਾਲੀ ਗੱਲ ਅਸੀਂ ਦੇਖੀ ਸੀ, ਖਾਸ ਤੌਰ ਤੇ ਬਾਦਲਾਂ ਦੇ ਵੇਲੇ, ਵੀ ਕਿਵੇਂ ਉਹਨਾਂ ਨੇ PTC ਚੈਨਲ ਜਿਹੜਾ ਉਹ ਸਥਾਪਿਤ ਕੀਤਾ ਤੇ ਬਾਕੀ ਜਿੰਨੇ ਚੈਨਲ ਸੀ ਉਹਨਾਂ ਦੀਆਂ ਸਪਲਾਈ ਲਾਈਨਸ ਕੱਟ ਦਿੱਤੀਆਂ। ਬਹੁਤ ਵਧੀਆ ਚੈਨਲ ਹੈ, ਇੱਕ ਡੇ ਐਂਡ ਨਾਈਟ ਸ਼ੁਰੂ ਹੋਇਆ ਸੀ ਕੰਵਰ ਸੰਧੂਪੁਰਾ ਵਾਲਾ, ਉਹ ਵੀ ਨਹੀਂ ਚੱਲ ਸਕਿਆ, ਉਹਨੂੰ ਵੀ ਬੰਦ ਕਰਨਾ ਪਿਆ। ਉਹ ਸਮਾਨ ਸਮੂਨ ਸਾਰਾ ਹਾਲੇ ਵੀ ਉੱਥੇ ਚੰਡੀਗੜ੍ਹ ਪਿਆ। ਜੇ ਕਿਸੇ ਨੇ ਚਲਾਉਣਾ ਹੋਵੇ ਚੈਨਲ, 4 ਪੈਸੇ ਹੋਣ ਤਾਂ ਉਹ ਸਮਾਨ ਸਮੂਨ ਲੈ ਲਵੇ ਤੇ ਚਲਾ ਲਵੇ, ਤੇ ਕਿਉਂਕਿ ਕਾਫੀ ਵਧੀਆ ਉਹ ਸਮਾਨ ਸਮੂਨ, ਪਰ ਹੁਣ ਤਾਂ ਪੁਰਾਣਾ ਹੋ ਗਿਆ, ਹੁਣ 5 ਸਾਲ ਨਵੀਆਂ ਟੈਕਨੀਕਸ ਆ ਗਈਆਂ। ਤੇ ਮੈਂ ਵੈਸੇ ਗੱਲ ਕਰ ਰਿਹਾ ਸੀ। ਓਵਰਆਲ ਮੈਂ ਇਹ ਕਹਿ ਰਿਹਾ ਵੀ ਮੀਡੀਆ ਜਿਹੜਾ ਆ, ਜੋ ਸਾਡੇ ਕੋਲ ਜਾਣਕਾਰੀ, ਬਿਲਕੁਲ ਤਾਜ਼ੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ, ਮੈਨੂੰ ਕੱਲ੍ਹ ਹੀ ਪਤਾ ਲੱਗਾ, ਜਿਹੜਾ IT ਸੈੱਲ ਵੀ ਬਣਾਇਆ ਇਹਨਾਂ ਨੇ ਆਮ ਆਦਮੀ ਪਾਰਟੀ ਨੇ, ਉਹ IT ਸੈੱਲ ਨੂੰ ਵੀ ਫਿਜ਼ੀਕਲੀ ਭਾਵੇਂ ਨਹੀਂ ਉੱਥੇ ਹੁੰਦੇ ਰਾਘਵ ਚੱਡਾ, ਪਰ ਡਾਇਰੈਕਟਲੀ ਉਹੀ ਉਹਨੂੰ ਡੀਲ ਕਰ ਰਿਹਾ IT ਸੈੱਲ ਨੂੰ। ਹੋਇਆ ਇਹ ਵੀ IT ਸੈੱਲ 'ਚ ਭਰਤੀ ਕੀਤੀ ਗਈ ਸੰਗਰੂਰ ਦੀ ਲੋਕ ਸਭਾ ਚੋਣ ਤੋਂ ਪਹਿਲਾਂ, ਤੇ ਬਹੁਤੀ ਟੀਮ ਦਿੱਲੀੋਂ ਪਹਿਲੇ ਸੀ, ਪਰ ਜਿਹੜਾ ਮੋਹਾਲੀ 'ਚ IT ਸੈੱਲ ਇਹਨਾਂ ਦਾ ਹੈਡਕੁਆਟਰ ਹੈ, ਉੱਥੇ 50-60 ਜਿਹੜੇ ਆ ਪੰਜਾਬੀ ਬੱਚੇ ਜਿਹੜੇ ਆ ਉਹਨਾਂ ਨੇ ਭਰਤੀ ਕੀਤੇ।
ਤੇ ਹੁਣ ਖਬਰ ਆਈ ਕੱਲ ਹੀ ਮੈਨੂੰ ਪਤਾ ਲੱਗੀ ਵੀ ਉਹ ਜਿਹੜੇ ਪੰਜਾਬੀ ਬੱਚੇ ਰੱਖੇ ਸੀ ਉਹਨਾਂ ਨੂੰ ਸਮੂਹ ਦੀ ਚੋਣ ਤੋਂ ਬਾਅਦ ਉਹਨਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤੀ ਟੀਮ ਜਿਹੜੀ ਹੋਰ ਜਿਹੜੀ ਆ ਰਹੀ ਉਹ ਦਿੱਲੀੋਂ ਆ ਰਹੀ ਹੈ। ਤੇ ਇਸ ਆਈਟੀ ਸੈੱਲ ਦੇ ਵਿੱਚ ਇੱਕ ਮਤਲਬ ਜਿਹੜਾ ਟੀਮ ਲੀਡਰ ਬਣਾਈ ਗਈ ਆ ਕੁੜੀ, ਉਹਦੀ ਡਿਊਟੀ ਇਹ ਆ ਕਿ ਪੰਜਾਬੀ ਦੇ ਚੈਨਲਸ ਜਿਹੜੇ ਆ ਉਹਨਾਂ ਦੇ ਨਾਲ ਕਿੱਦਾਂ ਰਾਬਤਾ ਰੱਖਣਾ ਤੇ ਉਹਨਾਂ ਦੇ ਨਾਲ ਕੀ ਡੀਲ ਕਰਨੀ ਹੈ, ਉਹਦੀ ਡਿਊਟੀ ਲਾ ਦਿੱਤੀ ਗਈ ਹੈ। ਤੇ ਇਸ ਕਰਕੇ ਬਹੁਤੀਆਂ ਚੀਜ਼ਾਂ ਸ਼ਾਇਦ ਉਸ ਨੂੰ ਕ੍ਰਿਟੀਸਾਈਜ਼ ਨਾ ਵੀ ਹੋਣ, ਜਨਤਕ ਇਹਦਾ ਵਿਰੋਧ ਹੋਣਾ ਨਹੀਂ ਹੈ, ਠੀਕ ਹੈ। ਤੇ 4 ਦਿਨ ਦਾ ਰੌਲਾ ਪੈ ਵੀ ਜਾਊਗਾ, ਉਹਦੇ ਨਾਲ ਕੀ ਹੋ ਜਾਊਗਾ, ਰਾਜਸਭਾ ਤੇ ਰੌਲਾ ਪਾ ਕੇ ਕਿਸੇ ਨੇ ਕੀ ਕਰ ਲਿਆ, ਰਾਜਸਭਾ ਦੇ ਮੈਂਬਰ ਤਾਂ ਨਹੀਂ ਬਦਲਦੇ ਨਾ, ਜਿਹੜੇ ਲਾਉਣੇ ਸੀ ਉਹਨਾਂ ਨੇ ਲਾਤੇ। ਸੋ ਇਹਦੇ ਤੇ ਕੋਈ ਐਡੀ ਗੱਲ ਨਹੀਂ, ਪਰ ਇਹ ਠੀਕ ਹੈ ਵੀ ਹੋ ਸਕਦਾ ਕਿ ਟੈਸਟਿੰਗ ਦੇ ਤੌਰ ਦੇ ਉੱਤੇ ਪਹਿਲਾਂ ਕਿਸੇ ਹੋਰ ਨੂੰ ਲਾਇਆ ਜਾਏ ਤੇ ਫਿਰ ਬਾਅਦ ਵਿੱਚ ਬਦਲ ਦਿੱਤਾ ਜਾਏ, ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ। ਪਰ ਇਹ ਨਹੀਂ ਹੈ ਕਿ ਉਹਨਾਂ ਨੂੰ ਕੁਝ ਮਿਲਣਾ ਨਹੀਂ ਹੈ। ਨਾਲ ਇਹ ਵੀ ਐਨੋਟੇਸ਼ਨ ਦੇ ਵਿੱਚ ਵੀ ਜਿਹੜਾ ਚੇਅਰਮੈਨ ਹੋਏਗਾ ਉਹਨੂੰ ਕੈਬਨਿਟ ਰੈਂਕ ਹੋਏਗਾ, ਤਨਖਾਹ ਭੱਤਾ ਕੋਈ ਨਹੀਂ ਹੋਏਗਾ ਪਰ ਕੈਬਨਿਟ ਰੈਂਕ ਹੋਏਗਾ। ਕੈਬਨਿਟ ਰੈਂਕ ਦਾ ਮਤਲਬ ਚਾਹੇ ਤਨਖਾਹ ਭੱਤਾ ਹੋਵੇ ਨਾ ਹੋਵੇ, ਤੁਹਾਨੂੰ ਪਤਾ ਹੀ ਹੈ। ਚਲੋ ਦਸਾਂਝ ਸਾਹਿਬ, ਕਿਉਂਕਿ ਖਬਰ ਹੈ ਤੇ ਆਪਾਂ ਖਬਰ ਦੀ ਤਰ੍ਹਾਂ ਲੈ ਰਹੇ ਹਾਂ। ਆਪਾਂ ਨੂੰ ਯਾਦ ਆ ਕੈਪਟਨ ਸਾਹਿਬ ਨੇ ਵੀ 12 ਵਿਅਕਤੀ ਇਹੋ ਜਿਹੇ ਇਕੱਠੇ ਕਰਕੇ ਲੈ ਆਂਦੇ ਸੀ, ਭਰਤਿੰਦਰ ਚਾਲ ਰਣੀ ਤੇ ਕੁਝ ਹੋਰ ਜਿਹੜੇ ਕੈਬਨਿਟ ਦੇ ਰੈਂਕ ਹੀ ਭੋਗਦੇ ਰਹੇ ਨੇ। ਉਹ ਪਤਾ ਨਹੀਂ ਕਿਹੋ ਜਿਹੀ ਸਲਾਹ ਦਿੰਦੇ ਰਹੇ, ਕੀ ਸਲਾਹ ਕੀ ਦਿੰਦੇ ਵੀ ਰਹੇ ਕਿ ਨਹੀਂ, ਕਿ ਸ਼ਾਮ ਦੀਆਂ ਪਾਰਟੀਆਂ ਦਾ ਹੀ ਆਨੰਦ ਮਾਣਦੇ ਰਹੇ ਇਕੱਠੇ। ਇਹ ਤੇ ਗੱਲ ਅੱਗੇ ਤੋਂ ਵੀ ਚੱਲਦੀ ਆਉਂਦੀ ਆ। ਸ਼ਾਮ ਦੀਆਂ ਪਾਰਟੀਆਂ ਦਾ ਆਨੰਦ ਨਹੀਂ ਸੀ ਮਾਣਦੇ, ਉਹ ਸ਼ਾਮ ਦੀਆਂ ਪਾਰਟੀਆਂ ਨੂੰ ਆਰਗੇਨਾਈਜ਼ ਕਰਦੇ ਸੀ ਜੀ, ਉਹ ਆਰਗੇਨਾਈਜ਼ਰ ਸੀ। ਹਾਂਜੀ ਹਾਂਜੀ ਜੀ 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 ਬਿਲਕੁਲ। ਔਰ ਦੂਜੇ ਪਾਸੇ ਇਹ ਆ ਕਿ ਜਿਹੜੀ ਗੱਲ ਆਪਾਂ ਇਹ ਮਹਿਸੂਸ ਕਰ ਰਹੇ ਹਾਂ ਕਿ ਲੋਕ ਸ਼ਾਇਦ ਇਹਦਾ ਵਿਰੋਧ ਨਹੀਂ ਕਰਨਗੇ, ਜੇ ਕਰਨਗੇ ਤੇ ਉਹਨੂੰ ਕੋਈ ਸੁਣੂਗਾ ਨਹੀਂ। ਮੇਰੇ ਖਿਆਲ ਅੱਜ ਦੇ ਹਾਲਾਤ 'ਚ ਮੈਂ ਜਿੱਦਾਂ ਜ਼ਿਕਰ ਕੀਤਾ ਹੁਣੇ ਬੋਰਿਸ ਜੌਨਸਨ ਹਰਾਂ ਦਾ, ਗੱਲ ਤੇ ਉਹਨਾਂ ਦੀ ਵੀ ਕੋਈ ਨਹੀਂ ਸੀਗੀ। ਇੱਕ ਵਿਅਕਤੀ ਦੇ ਬਾਰੇ ਉਹਨਾਂ ਨੂੰ ਪਿਛੋਕੜ ਪਤਾ ਸੀਗਾ ਕਿ ਉਹ ਬੰਦਾ ਠੀਕ ਨਹੀਂ ਆ, ਉਹਨੂੰ ਉਹਨਾਂ ਨੇ ਲਿਆਂਦਾ ਤੇ ਬਾਅਦ 'ਚ ਇਹ ਵੀ ਮਾਫੀ ਮੰਗੀ ਕਿ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀ, ਪਰ ਲੋਕ ਉਹਦੇ ਉਲਟ ਹੋ ਗਏ, 50 ਬੰਦੇ ਛੱਡ ਕੇ ਚਲੇ ਗਏ। ਜਿਹੜਾ ਬੰਦਾ 2 ਸਾਲ ਪਹਿਲਾਂ ਉਹ ਚੁਣੇ ਹੋਏ, ਦੇਖੋ ਉਹਨਾਂ ਦੀ ਪਾਰਟੀ ਦੇ ਲੋਕ ਸੀ, ਉਹ ਲੋਕ ਥੋੜ੍ਹਾ ਆਮ ਬੰਦੇ ਦਾ ਵਿੱਚ ਕੋਈ ਦਖਲ ਨਹੀਂ ਸੀ। ਪਾਰਟੀ ਦੇ ਉਹਨਾਂ ਦੇ ਐਮਪੀ, ਉਹਨਾਂ ਦੇ ਮੰਤਰੀ ਉਹ ਛੱਡ ਕੇ ਗਏ। ਇਹ ਹਿੰਮਤ ਹੈ ਆਮ ਆਦਮੀ ਪਾਰਟੀ? ਨਹੀਂ, ਪਰ ਉਹ ਮਜਬੂਰ ਕੀਤਾ ਜਾਂਦਾ ਨਾ ਉਹਨਾਂ ਲੋਕਾਂ ਨੂੰ, ਪਬਲਿਕ ਦਾ ਪ੍ਰੈਸ਼ਰ ਹੁੰਦਾ ਜਿਹਦੇ ਕਰਕੇ ਮਜਬੂਰ ਹੋ ਜਾਂਦੇ ਆ। ਉਹ ਦੇਖੋ ਜਿਹੜਾ ਮਤਲਬ ਤੁਸੀਂ ਭਾਰਤ ਨੂੰ ਤੁਸੀਂ ਬਰਤਾਨੀਆ ਵਰਗਾ ਜਿਹੜਾ ਮੁਲਕ ਹੈ ਉਹਦੇ ਨਾਲ ਨਹੀਂ ਤੁਸੀਂ ਕੰਪੇਅਰ ਕਰ ਸਕਦੇ। ਉੱਥੇ ਦੀ ਗੱਲ ਹੀ ਹੋ ਰਿਹਾ, ਮਤਲਬ ਸਾਡੇ ਤੋਂ ਵੈਸੇ ਹੀ 100 ਸਾਲ ਅੱਗੇ ਨੇ ਇਹ ਸਾਰੇ ਮੁਲਕ ਜਿਹੜੇ ਨਹੀਂ। ਪਰ ਮੈਂ ਤੁਹਾਡੇ ਨਾਲ ਥੋੜਾ ਜਿਹਾ ਮੇਰਾ ਵੱਖਰਾ ਵਿਚਾਰ ਹੈ ਤੁਹਾਡੇ ਨਾਲੋਂ। ਇਹ ਆ ਕਿ ਇਹ ਮੁਲਕ ਭਾਵੇਂ 100 ਸਾਲ ਅੱਗੇ ਹੋਣ, ਭਾਵੇਂ 200 ਸਾਲ ਅੱਗੇ ਹੋਣ, ਪਰ ਲੋਕਾਂ ਦੀ ਮਾਨਸਿਕਤਾ ਨੂੰ ਇੰਨਾ ਕੁ ਗ੍ਰਹਿਣ ਲੱਗਿਆ ਕਿ ਭਾਰਤ ਵਿੱਚ ਤੇ ਦਵਾਈ ਹੀ ਦੇ ਲੈਂਦੇ ਆ, ਢਿੱਡ ਪੀੜ ਹੋ ਗਈ ਸਾਨੂੰ, ਬਾਹਰ ਆ ਜਾਂਦੇ ਆ। ਇੱਥੇ ਬਾਹਰ ਨਹੀਂ ਜੇ ਕੋਈ ਨਿਕਲਦਾ। 20 ਬੰਦੇ ਇਕੱਠੇ ਕਰ ਲਏ ਕੋਈ ਵਿਅਕਤੀ, ਕੋਈ ਐਮਪੀ ਦੀ ਕਾਲ ਤੇ 20 ਬੰਦੇ ਨਹੀਂ ਜਾਂਦੇ, ਤੇ ਬਹੁਤ ਵੱਡੀ ਗੱਲ ਹੁੰਦੀ ਹੈ। ਜਿੱਦਾਂ ਫਰੀडम ਕਨਵਾਈ ਵਾਲਾ ਕੰਮ ਹੋਇਆ ਤੇ ਇਹ ਇੱਕ ਕਿਸਮ ਦਾ ਚਮਤਕਾਰ ਆ ਇਸ ਧਰਤੀ ਤੇ। ਮਤਲਬ ਇੱਥੇ ਤੇ ਲੋਕਾਂ ਦੀ ਮਾਨਸਿਕਤਾ ਹੀ ਇਹਨਾਂ ਨੇ ਇਸ ਤਰ੍ਹਾਂ ਦੀ ਕਰ ਛੱਡੀ ਆ। ਉਹ ਤਾਂ ਅਸੀਂ ਕਈ ਵਾਰੀ ਇੱਥੇ ਗੱਲ ਕਰ ਚੁੱਕੇ ਆ ਵੀ ਉਹ ਜਿਹੜੀ ਵਿਰੋਧ ਦੀ ਸੁਰ ਉਹਨੂੰ ਮੱਠਾ ਕਰਨ ਵਾਸਤੇ ਉਹਨਾਂ ਕੋਲ ਕਿਹੜੇ ਹਥਕੰਡੇ ਹੈਗੇ ਆ। ਵੀਕਐਂਡ ਦਾ ਜਿਹੜਾ ਨਸ਼ਾ ਉਹਨਾਂ ਨੂੰ ਦਿੱਤਾ ਹੋਇਆ ਉਹ ਅਸੀਂ ਡਿਟੇਲ 'ਚ ਗੱਲਾਂ ਇਹ ਸਾਰੀਆਂ ਕਰ ਚੁੱਕੇ ਆ। ਪਰ ਫਿਰ ਵੀ ਮੈਂ ਸਮਝਦਾ ਕਿ ਭਾਰਤ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ, ਪੰਜਾਬ ਦੇ ਵਿੱਚ ਇਹ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਹੈ ਵੀ ਬਹੁਤ ਕਿਨਾਰੇ ਤੇ ਖੜੀ ਹੈ ਸਰਕਾਰ, ਵੀ ਇੱਥੇ 49-52 ਦਾ ਮਾਮਲਾ ਹੈ। 49-52 ਦਾ ਮਾਮਲਾ ਹੁੰਦਾ ਤਾਂ ਗੱਲਾਂ ਕਹੀਆਂ ਜਾ ਸਕਦੀਆਂ ਸੀ ਵੀ ਹਾਂ ਕੋਈ ਏਦਾਂ ਦੀ ਗੱਲ ਹੋ ਸਕਦੀ ਹੈ। ਇੱਥੇ 19-21 ਦਾ ਮਾਮਲਾ ਨਹੀਂ ਹੈ, 49-52 ਦਾ ਮਾਮਲਾ ਨਹੀਂ ਹੈ, ਤੇ ਇੱਥੇ ਤਾਂ 92 ਆ। ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਸ ਤਰ੍ਹਾਂ ਦਾ ਮਾਹੌਲ ਕੋਈ ਕ੍ਰੀਏਟ ਹੋ ਜਾਏ ਵੀ ਹਾਂ ਵੀ ਕਿਸੇ ਇੱਕ ਬੰਦੇ ਨੂੰ ਲਾਤਾ ਤਾਂ ਉਹਦਾ ਵਿਰੋਧ ਕਰਨ ਵਾਸਤੇ ਜਿਹੜੇ 92 ਦੇ ਵਿੱਚੋਂ 50-60 ਜਾਣੇ ਜਿਹੜੇ ਉਹ ਧਰਨਾ ਲਾ ਕੇ ਬਹਿ ਜਾਣ। ਏਦਾਂ ਨਹੀਂ, ਇਹ ਪੋਸੀਬਿਲਿਟੀ ਨਹੀਂ ਹੈ ਇੱਥੇ ਤਾਂ। ਉਹ ਪਤਾ ਨਹੀਂ ਕਿਹਨੇ ਕਿਹਾ, ਸ਼ਾਇਦ ਕਿਸੇ ਇੱਕ ਜਿਹੜਾ ਇੱਕ ਬਲੌਗਰ ਹੈ ਉਹਨੇ ਮੰਨਾ ਸ਼ਾਇਦ ਉਹਨੇ ਕਿਹਾ ਵੀ ਇਹ 92 ਦੇ 92 ਜਿਹੜੇ ਆ ਉਹ ਤਾਂ ਭਿੱਜੀ ਬਿੱਲੀ ਆ, ਜੋ ਦਿੱਲੀੋਂ ਕਹਿ ਦੇਣਾ ਉੱਥੇ ਇਹਨਾਂ ਨੇ ਮਿਆਉਂ ਕਹਿ ਦੇਣਾ, ਬਸ ਹੋਰ ਕੁਛ ਨਹੀਂ। ਬਾਕੀ ਦੇਖਦੇ ਆ ਕੀ ਹੁੰਦਾ। ਬਦਲਦੇ ਹਾਲਾਤਾਂ 'ਚ ਪਤਾ ਨਹੀਂ ਲੱਗਦਾ ਹੁੰਦਾ। ਖੈਰ, ਪਰ ਦੂਜੇ ਪਾਸੇ ਜਿਹੜੀ ਮੈਂ ਬਾਜ ਅੱਖ ਤੇ ਨਹੀਂ ਕਹਿੰਦਾ, ਬਾਜ ਤੇ ਚਲੋ ਫਿਰ ਵੀ ਇੱਕ ਬੜਾ ਵਧੀਆ ਜਾਨਵਰ ਆ, ਪੰਛੀ ਆ, ਗਿਰਜ ਵਰਗੀ ਨਿਗਾਹ ਟਿਕਾ ਕੇ ਬੈਠੇ ਹੋਏ ਲੋਕ ਜਿਹੜੇ ਆ ਨਾ। ਤੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਪਤਾ ਵੀ ਆ ਕਿ ਕਿੰਨੇ ਲੋਕ ਕਿਸ ਤਰ੍ਹਾਂ ਦੇ ਆ। ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਡੰਡਾ ਆ ਐਂਟੀ ਕਰਪਸ਼ਨ ਵਾਲਾ, ਉਹਦੇ ਤੋਂ ਕਿੰਨੇ ਕੁ ਸਾਹ ਔਖੇ ਹੋਣੇ ਕੁਝ ਲੋਕਾਂ ਦੇ, ਕੁਝ ਐਮਐਲਏਆਂ ਦੇ ਵੀ, ਕੁਝ ਹੋਰ ਲੋਕਾਂ ਦੇ ਵੀ। ਅਫਸਰਸ਼ਾਹੀ ਦੇ ਪਹਿਲਾਂ ਹੀ ਦੁਖੀ ਆ। ਹਾਲਾਤ ਪਲਟਾ ਖਾਂਦਿਆਂ ਕੋਈ ਪਤਾ ਨਹੀਂ ਲੱਗਦਾ। ਪੂਰੀ ਦੀ ਪੂਰੀ ਸਰਕਾਰ ਸਮੇਤ ਮੁੱਖ ਮੰਤਰੀ ਜਦੋਂ ਪਾਰਟੀ ਬਦਲ ਕੇ ਦੂਜੀ ਪਾਰਟੀ ਦੇ ਮੁੱਖ ਮੰਤਰੀ ਬਣ ਜਾਂਦੇ ਆ ਤੇ ਫਿਰ ਹੋਰ ਕੀ ਕਹਿਣਾ। ਬਾਕੀ ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣਾ।
ਇਹ ਤਾਂ ਐਵੇਂ ਸੋਚਣ ਦੀਆਂ ਗੱਲਾਂ, ਦੇਖੋ ਐਵੇਂ ਖਿਆਲੀ ਪੁਲਾਓ ਜੇ ਐਵੇਂ ਬਣਾਈ ਜਾਂਦੇ ਆਪਾਂ। ਜੇ ਤਾਂ ਪ੍ਰਸਥਿਤੀਆਂ ਏਦਾਂ ਦੀਆਂ ਹੋਣ ਫੇਰ ਤਾਂ ਚਲੋ ਕੋਈ ਗੱਲ ਬਣਦੀ ਹੈ, ਏਦਾਂ ਦੀ ਕੋਈ ਗੱਲ ਨਹੀਂ ਹੈ। ਤੁਸੀਂ ਦੇਖ ਹੀ ਲਿਆ ਇੱਥੇ ਹਰ ਮਾਮਲੇ ਦੇ ਵਿੱਚ ਕਿਤੇ ਵੀ ਕੋਈ ਦਿਖਾਈ ਦੇ ਰਿਹਾ ਤਾਂ ਮੈਨੂੰ ਨਹੀਂ ਹਾਲੇ ਤੱਕ 10 MLA ਤੋਂ ਬਿਨਾਂ ਮੈਨੂੰ ਨਾਮਾਂ ਦਾ ਹੀ ਨਹੀਂ ਪਤਾ ਕਿਹੜੇ MLA ਆ। ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿਹੜੇ ਕਿਹੜੇ ਉਹਨਾਂ ਦੇ MLA ਆ। ਸੋ ਇਸ ਕਰਕੇ ਕੋਈ ਏਦਾਂ ਦੀ ਗੱਲ ਨਹੀਂ ਹੈ, ਉਹ ਕਿਤੇ ਨਹੀਂ ਜਾਣ ਵਾਲੇ। ਅਰਵਿੰਦ ਕੇਜਰੀਵਾਲ ਨੇ ਰਾਘਵ ਚੱਡਾ ਹੋਰਾਂ ਨੂੰ ਇੱਥੇ ਲਾਏ ਪਹਿਲੇ ਦਿਨ ਤੋਂ ਇਹ ਆ। ਤੁਸੀਂ ਦੇਖੋ ਜਰਨੈਲ ਸਿੰਘ ਹੁੰਦੇ ਸੀ ਸਾਡੇ ਇੰਚਾਰਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਜਰਨੈਲ ਸਿੰਘ ਕਿੱਥੇ ਆ? ਜਰਨੈਲ ਸਿੰਘ ਤਾਂ ਉਦੋਂ ਵੀ ਇੰਚਾਰਜ ਦੇ ਤੌਰ ਤੇ ਕਿਤੇ ਨਹੀਂ ਸੀ ਦਿਖਾਈ ਦਿੰਦੇ ਜਦੋਂ ਚੋਣਾਂ ਦਾ ਸਮਾਂ ਚੱਲ ਰਿਹਾ ਸੀ। ਇੰਚਾਰਜ ਜਰਨੈਲ ਸਿੰਘ ਦੀ ਸੀ, ਡਿਸੀਜਨ ਸਾਰੇ ਜਿਹੜੇ ਆ ਉਹ ਰਾਘਵ ਚੱਡਾ ਲੈ ਰਹੇ ਸੀ। ਇੱਥੇ ਤਾਂ ਵਿਆਹ ਦਾ ਪ੍ਰਬੰਧ ਵੀ ਸਾਰਾ ਰਾਘਵ ਚੱਡਾ ਨੇ ਕੀਤਾ, ਸਾਰਾ ਕੁਝ ਹੀ ਰਾਘਵ ਚੱਡਾ ਹੋਰਾਂ ਦੇ ਹੱਥ ਹੈ। ਇਸ ਕਰਕੇ ਉਹਨੂੰ ਵੀ ਪ੍ਰਵਾਨ ਕਰ ਲਿਆ, ਲੋਕ ਪ੍ਰਵਾਨ ਕਰਨ ਨਾ ਕਰਨ, ਲੋਕਾਂ ਨੇ ਚੁਣ ਕੇ ਜਿਹੜੇ ਨੁਮਾਇੰਦੇ ਭੇਜੇ ਹੋਏ 92 ਉਹਨਾਂ ਸਾਰਿਆਂ ਨੇ ਰਾਘਵ ਚੱਡਾ ਨੂੰ ਪ੍ਰਵਾਨ ਕੀਤਾ ਹੋਇਆ। ਚਲੋ ਕੀ ਪਤਾ ਇੱਕ ਗਰੁੱਪ ਉੱਠਿਆ ਸੀ, ਮੈਨੂੰ ਯਾਦ ਹੈ, ਉਹ ਦੀਪਕ ਸ਼ਰਮਾ ਨਹੀਂ, ਉਹ 'ਚ ਬੜੇ ਸਰਗਰਮ ਸੀ। ਕੁਝ ਹੋਰ ਲੋਕ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੂੰ ਵੀ ਸਲਾਹ ਦਿੰਦੇ ਸੀ, ਪਤਾ ਨਹੀਂ ਉਹਦਾ ਕੀ ਨਾਂ ਰੱਖਿਆ ਸੀ, ਮੈਨੂੰ ਲੱਗਦਾ ਸੀਗਾ ਜੂਝ ਦਾ ਪੰਜਾਬ। ਤੇ ਕੋਈ ਜੂਝਣ ਵਾਲੇ ਲੋਕ ਅੱਗੇ ਆ ਹੀ ਜਾਣ ਸੜਕਾਂ ਤੇ, ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ। ਹੁਣ ਉਹ ਵੀ ਦੇਖੋ, ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀ, ਉਹ ਵੀ ਕੋਈ ਜੂਝ ਦਾ ਪੰਜਾਬ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਕਿੱਦਾਂ ਜੂਝਣ ਲੱਗ ਜਾਊਗਾ? ਪ੍ਰੈਸ ਕਾਨਫਰੰਸ ਨੇ ਪੰਜਾਬ ਨੂੰ ਥੋੜਾ ਜੂਝਣ ਲਾਉਣਾ। ਫਿਜ਼ੀਕਲੀ ਜਥੇਬੰਦਕ ਤੌਰ ਤੇ ਤੁਹਾਡੇ ਕੋਲ ਕੀ ਹੈ? ਜੇ ਉਹ ਤੁਸੀਂ ਉਸ ਪਾਸੇ ਵੱਲ ਨੂੰ ਵੱਧਦੇ ਵੀ ਚੋਣਾਂ ਤੋਂ ਬਾਅਦ ਕਿਉਂ ਨਹੀਂ ਆਓ? ਚੋਣਾਂ ਤੋਂ ਬਾਅਦ ਆਉਣਾ ਜੂਝ ਦਾ ਪੰਜਾਬ ਲੈ ਕੇ। ਜੇ ਤੁਸੀਂ ਫੇਮੇ ਲੈਣੇ ਆ ਜੂਝ ਦੇ ਪੰਜਾਬ ਦੇ ਨਾਂ ਦੇ ਉੱਤੇ 4 ਪ੍ਰੈਸ ਕਾਨਫਰੰਸਾਂ ਕਰਕੇ, ਉਹਦਾ ਕੀ ਮਤਲਬ ਹੈ? ਹੁਣ ਮੌਕਾ, ਹੁਣ ਜੂਝੋ ਪੰਜਾਬ ਲਈ, 5 ਸਾਲ ਜੂਝ ਕੇ ਦਿਖਾਓ। ਚੋਣਾਂ ਦੇ ਨਾਂ 'ਚ ਬਰਸਾਤੀ ਡੱਡੂ ਆਉਂਗੇ ਬਾਹਰ ਆ ਜਾਓ ਵੀ ਅਸੀਂ ਜੂਝ ਦਾ ਪੰਜਾਬ, ਉਹਦਾ ਕੀ ਮਤਲਬ? ਆਹ ਮੌਕਾ ਨਾ ਲੜਨ ਦਾ, ਲੜੋ ਭਿੜੋ, ਪਿੰਡਾਂ 'ਚ ਜਾਓ, ਪਤਾ ਲੱਗੂ। ਹਾਂ ਦਸਾਂ ਸਾਹਿਬ, ਇਹ ਗੱਲ ਆਪਾਂ ਇਲੈਕਸ਼ਨ 'ਚ ਵੀ ਤੁਸੀਂ ਕਹਿੰਦੇ ਰਹੇ, ਮੈਨੂੰ ਪਤਾ ਯਾਦ ਹੈ ਗੱਲ। ਅੱਛਾ, ਹੁਣ ਗੱਲ ਇਹ ਆ ਕਿ 10 ਤਰੀਕ ਦੀ ਇੱਕ ਕਾਲ ਆ ਗਈ, ਮੱਤੇਵਾੜਾ ਕੋਈ ਜਿਹੜਾ ਜੰਗਲ ਵਾਲੀ ਗੱਲ ਚੱਲੀ ਆ। ਭਗਵੰਤ ਮਾਨ ਦਾ ਬੜਾ ਸਖਤ ਸਟੈਂਡ ਸੀ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ। ਤੇ ਹੁਣ ਕਹਿੰਦੇ ਆ ਕਿ ਥੋੜ੍ਹਾ ਜਿਹਾ ਇਹਨਾਂ ਦੀ ਅਦਲਾ ਬਦਲੀ ਹੋਈ ਆ, ਤੇ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਕਾਲ ਦੇ ਦਿੱਤੀ। ਅੱਜ ਮੈਂ ਦੀਪਕ ਸ਼ਰਮਾ ਹੋਰਾਂ ਦੀ, ਮੈਨੂੰ ਤਾਂ ਹੀ ਚੇਤਾ ਆਇਆ ਉਹਨਾਂ ਦਾ ਮੈਂ ਇੱਕ ਵੇਖ ਰਿਹਾ ਸੀ, ਉਹਨਾਂ ਨੇ ਵੀ ਫੇਸਬੁੱਕ ਤੇ ਆਪਣੇ ਕਾਲ ਦਿੱਤੀ ਆ ਕਿ ਅੱਜ ਉਸ ਮੱਤੇਵਾੜਾ ਦੇ ਜੰਗਲ ਨੂੰ ਸਾਡੀ ਲੋੜ ਹੈ, ਪਰ ਸਾਨੂੰ ਕੱਲ੍ਹ ਨੂੰ ਉਹਦੀ ਲੋੜ ਹੈ। ਉੱਥੇ ਪੰਛੀ ਨੇ ਜਿਹੜੇ, ਉੱਥੇ ਜੀਵ ਨੇ ਜਿਹੜੇ, ਉਹਨਾਂ ਨੂੰ ਰੱਖਿਆ ਦੀ ਖਾਤਰ ਆਓ, ਨਿਕਲੋ ਬਾਹਰ ਘਰਾਂ 'ਚੋਂ। ਤੇ ਕਿਤੇ ਨਾ ਕਿਤੇ ਮਤਲਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਤੇ ਸੜਕਾਂ ਤੇ ਹੋਏਗਾ, ਭਾਵੇਂ ਉਹ ਕਿਸਾਨ ਯੂਨੀਅਨ ਦੇ ਰੂਪ 'ਚ ਹੋਵੇ ਚਾਹੇ ਕਿਸੇ ਹੋਰ ਰੂਪ 'ਚ ਹੋਵੇ। ਜੇ ਹੁਣ ਇਹ ਮਸਲਾ ਕੀ ਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਦੇਖੋ ਗੱਲ 1000 ਏਕੜ ਦੇ ਕਰੀਬ ਜ਼ਮੀਨ ਹੈ ਜਿਹੜੀ ਅਕਵਾਇਰ ਕਰਨੀ। 1000 ਏਕੜ ਇਹ ਐਗਜ਼ੈਕਟਲੀ ਜ਼ਮੀਨ ਹੈ ਕਿੱਥੇ ਐਗਜ਼ੈਕਟਲੀ ਲੋਕੇਸ਼ਨ ਕੀ ਹੈ ਜਿੱਥੇ ਐਡਾ ਵੱਡਾ ਜੰਗਲ ਹੈ? ਇਹ ਸਾਰਾ ਲੁਧਿਆਣੇ ਜਿਹੜਾ ਮਾਛੀਵਾੜੇ ਤੋਂ ਲੈ ਕੇ ਜਿਹੜਾ ਉਧਰ ਨੂੰ ਸਾਰਾ ਜੰਗਲ ਜਿਹੜਾ ਗੁਰੂਆਂ ਦੇ ਨਾਲ ਵੀ ਜੁੜਿਆ ਹੋਇਆ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਜਿਹੜੇ ਇਲਾਕੇ ਨੇ ਸਾਰੇ, ਉਹ ਮਾਛੀਵਾੜਾ ਤੋਂ ਲੈ ਕੇ ਉਧਰ ਫਲੌਰ ਤੱਕ ਜਿਹੜਾ ਜਾਂਦਾ, ਉਹ ਸਾਰਾ ਜੰਗਲ ਜਿਹੜਾ ਆ ਮੱਤੇਵਾੜਾ ਵਾਲਾ ਜੰਗਲ ਜਿਹੜਾ ਉਹ ਹੈਗਾ। ਤੇ ਸਤਲੁਜ ਦਰਿਆ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਤੇ ਉਹਨੂੰ ਜੇ ਤੁਸੀਂ ਨਹੀਂ, ਮੈਂ ਥੋੜਾ ਜਿਹਾ ਹੋਰ ਸਮਝਣਾ ਚਾਹੁੰਦਾ ਤੁਹਾਡੇ ਕੋਲ। ਇਹ ਜਿੰਨਾ ਤੁਸੀਂ ਲੰਬਾ ਡਿਸਟੈਂਸ ਦੱਸਦਾ ਕਿਲੋਮੀਟਰਾਂ 'ਚ, ਇਹ ਕੋਈ ਮਤਲਬ ਇੱਕ ਸਟ੍ਰਿਪ ਹੈ ਛੋਟੀ ਜੀ, ਜਾਂ ਕੋਈ ਜੰਗਲ ਪੂਰੀ ਤਰ੍ਹਾਂ ਜੰਗਲ ਹੈ ਜਿਹੜਾ ਘਣਾ ਜੰਗਲ ਜਿਹਨੂੰ ਕਿਹਨੇ ਫੈਲਿਆ ਹੋਇਆ ਉਹ ਆ? ਨਹੀਂ, ਘਣੇ ਜੰਗਲ ਵਾਂਗ ਹੀ ਆ। ਥੋੜਾ ਬਹੁਤ ਹੋ ਸਕਦਾ ਕਿਤੇ ਵਿਚਾਰੇ, ਮੈਂ ਉਹਨੂੰ ਸਾਰੇ ਨੂੰ ਕਿਤੇ ਜਾ ਕੇ ਖੁਦ ਜਿਹੜਾ ਉਹਦੇ ਚ ਵਿਜ਼ਿਟ ਨਹੀਂ ਕੀਤਾ, ਪਰ ਉਹਦਾ ਵਿਚਾਰੇ ਜਿੱਦਾਂ ਪਿੰਡ ਪੁੰਡ ਵੀ ਆਉਂਦੇ ਆ, ਉਹ ਜਿਹੜਾ ਜਦ ਵਿਚਾਰੇ ਪਿੰਡ ਆ ਗਏ ਤੇ ਥੋੜੀ ਵਕਫਾ ਹੋ ਗਿਆ। ਜਿੱਦਾਂ ਜੇ ਤੁਸੀਂ ਕਦੇ ਗਏ ਹੋਵੋ, ਜੇ ਤੁਸੀਂ ਖੰਨੇ ਤੋਂ ਜਾਣਾ ਹੋਵੇ ਆਪਣੇ ਭਾਦਸੋਂ ਨੂੰ ਬਾਇਆ ਮਲੋ, ਤਾਂ ਕਈ ਵਾਰੀ ਅਸੀਂ ਰਸਤੇ ਦੇਖਿਆ ਬਾਂਦਰ ਬੈਠੇ ਹੁੰਦੇ ਦੋਵੇਂ ਪਾਸਿਆਂ ਤੇ, ਉਹ ਇੱਕ ਸਟ੍ਰਿਪ ਹੁੰਦੀ ਹੈ ਜੰਗਲ ਦੀ, ਉਹ ਕਿੰਨੇ ਏਕੜ 'ਚ ਸਾਨੂੰ ਨਹੀਂ ਪਤਾ। ਇਹ ਪੂਰੇ ਦਾ ਪੂਰਾ 1000 ਏਕੜ ਦਾ ਏਰੀਆ ਹੈ। ਵਿਚਾਲੇ ਪਿੰਡ ਵੀ ਆਉਂਦੇ ਹੋਣਗੇ ਲਾਜ਼ਮੀ ਤੌਰ ਤੇ, ਪੱਕਾ ਸਿੱਧਾ ਹੀ 1000 ਏਕੜ ਦਾ ਜੰਗਲ ਨਹੀਂ ਹੈ। ਹਾਂਜੀ, ਤੇ ਬਾਕੀ ਇਹਦੇ ਉੱਤੇ ਜਿਹੜਾ ਇੰਡਸਟਰੀਅਲ ਪਾਰਕ ਦਾ ਜਿਹੜਾ ਮਾਮਲਾ ਹੈਗਾ ਟੈਕਸਟਾਈਲ ਦਾ, ਇਹ ਪਿਛਲੀ ਕਾਂਗਰਸ ਸਰਕਾਰ ਵੇਲੇ ਦਾ। ਤੇ ਤੁਸੀਂ ਜਿੱਦਾਂ ਦੱਸਿਆ ਕਿ ਭਗਵੰਤ ਮਾਨ ਹੋਰਾਂ ਨੇ ਤੇ ਆਮ ਆਦਮੀ ਪਾਰਟੀ ਨੇ ਇਹਦਾ ਤਿੱਖਾ ਵਿਰੋਧ ਕੀਤਾ ਸੀ, ਤੇ ਅੱਜ ਉਹਨਾਂ ਨੂੰ ਸਾਰਾ ਕੁਝ ਦੇਣ ਦੀ ਤਿਆਰੀ ਹੈ, ਤੇ ਵਿਧਾਨ ਸਭਾ ਦੇ ਵਿੱਚ ਬਕਾਇਦਾ ਮਤਾ ਪਾਸ ਕਰ ਲਿਆ। ਤੇ ਇਹਦਾ ਵਿਰੋਧ ਹੁਣ ਹੋ ਰਿਹਾ, ਤੇ ਵਿਰੋਧ ਹੋਣਾ ਵੀ ਚਾਹੀਦਾ। ਪੰਜਾਬ ਦੇ ਕੋਲ ਜੰਗਲ ਬਚਿਆ ਕਿੰਨਾ? ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਜਿਹੜਾ ਸਰਕਾਰੀ ਕਾਗਜ਼ਾਂ 'ਚ ਦੱਸਿਆ ਵੀ ਪੰਜਾਬ ਦੇ ਕੋਲ ਇਸ ਵੇਲੇ ਜੰਗਲ 3.67% ਹੈ, ਯਾਨੀ 4% ਚਲੋ ਲਾ ਲਓ ਇੱਕ ਸਰਕਾਰੀ ਕਾਗਜ਼ਾਂ 'ਚ। ਇਨ ਰਿਐਲਿਟੀ ਤਾਂ 2% ਵੀ ਜੰਗਲ ਨਹੀਂ ਬਚਿਆ।
ਇਹ ਕੀ ਕਰਦੇ ਆ, ਜਿਹੜਾ ਮਾੜੇ ਮੋਟੇ ਝਾੜੀਆਂ ਝੂੜੀਆਂ ਆ, ਸੜਕਾਂ ਦੇ ਆਲੇ ਦੁਆਲੇ ਜਿਹੜੇ ਦਰਖਤ ਲੱਗੇ ਹੋਏ ਆ ਹਾਈਵੇਜ਼ ਦੇ ਉੱਤੇ, ਉਹਨੂੰ ਵੀ ਜੰਗਲ ਚ ਗਿਣੀ ਜਾਂਦੇ ਆ। ਤੇ ਉਹਦਾ ਜਿਹੜਾ ਰੂਟੀਨ ਦੇ ਵਿੱਚ ਭੂਗੋਲਿਕ ਸਥਿਤੀ ਦੇ ਮੁਤਾਬਕ 33% ਜੰਗਲ ਜਿਹੜਾ ਚਾਹੀਦਾ ਪੰਜਾਬ ਦੇ ਵਿੱਚ, 33% ਉਹ ਘਟਦਾ ਅਸੀਂ 2% ਤੇ ਲੈ ਆਂਦਾ। ਜਿਹੜਾ 2% ਦੇ ਵਿੱਚੋਂ 1% ਅਸੀਂ ਏਦਾਂ ਖਤਮ ਕਰ ਦੇਣਾ। ਲਗਭਗ ਜਿਹੜਾ 1000 ਏਕੜ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਨਾਲ ਕਿੰਨਾ ਕੁਝ ਜੁੜਿਆ ਹੋਇਆ ਸਾਡਾ ਪੌਣ, ਪਾਣੀ, ਜੀਵ ਜੰਤੂ, ਬੜਾ ਕਿੰਨਾ ਕੁਝ ਆ ਉੱਥੇ, ਸਾਰਾ ਕੁਝ ਤਬਾਹ ਹੋ ਜਾਏਗਾ। ਤੇ ਪਹਿਲੇ ਹੀ ਜਿਹੜਾ ਕਚਰਾ ਜਿਹੜਾ ਆ, ਉਹ ਜਿਹੜਾ ਬੁੱਢਾ ਦਰਿਆ ਹੁੰਦਾ ਸੀ ਜਿਹਨੂੰ ਅੱਜ ਕੱਲ੍ਹ ਗੰਦਾ ਨਾਲਾ ਕਿਹਾ ਜਾਂਦਾ ਹੈ, ਉਹਦੇ ਚੋਂ ਸਾਰਾ ਸੀਵਰੇਜ, ਦੂਜਾ ਤੀਜਾ ਇੰਡਸਟਰੀਅਲ ਕਚਰਾ ਪੈਂਦਾ ਤੇ ਮੁੜ ਕੇ ਇਹ ਕਚਰਾ ਵੀ ਸਾਰਾ ਉੱਥੇ ਜਾਊਗਾ। ਪਹਿਲੇ ਹੀ ਉਹ ਜਿਹੜਾ ਸਤਲੁਜ ਦਰਿਆ ਚ ਡਿੱਗ ਕੇ ਜਿਹੜਾ ਮਤਲਬ ਉਹ ਹਰੀਕੇ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਜਿਹੜਾ ਮਾਰ ਕਰਦਾ ਹੈ। ਇਸੇ ਕਰਕੇ ਮਾਲਵਾ ਸਾਰਾ ਜਿਹੜਾ ਕੈਂਸਰ ਦੀ ਬੈਲਟ ਬਣ ਗਈ ਹੈ, ਕੈਂਸਰ ਦੀ ਚੇਨ ਉਧਰੋਂ ਚੱਲਦੀ ਆ। ਸੋ ਬਹੁਤ ਬੁਰੀ ਹਾਲਤ ਹੈ, ਪਿੰਡਾਂ ਦੀ ਵੀ ਬਹੁਤ ਬੁਰੀ ਹਾਲਤ ਹੈ। ਤੇ ਉਦੋਂ ਇਹਨਾਂ ਨੂੰ ਲੋੜ ਕੀ ਪੈ ਗਈ, ਮੈਨੂੰ ਸਮਝ ਨਹੀਂ ਆਉਂਦੀ। ਕਹਿਣੀ ਤੇ ਕਰਨੀ ਚ ਇੰਨਾ ਫਰਕ ਕਿਉਂ ਆ? ਜਦੋਂ ਤੁਸੀਂ ਸੱਤਾ 'ਚ ਨਹੀਂ ਸੀਗੇ ਤਾਂ ਤੁਸੀਂ ਧਰਨੇ ਲਾਉਂਦੇ ਫਿਰਦੇ ਸੀ ਵੀ ਮੱਤੇਵਾੜੇ ਨੂੰ ਬਚਾਉਣਾ ਆ। ਹੁਣ ਤੁਸੀਂ ਆਪ ਦੇ ਦਾ ਜਿਹੜਾ ਉੱਥੇ ਇੰਡਸਟਰੀਅਲ ਪਾਰਕ ਬਣਾਉਣ ਦੀਆਂ ਗੱਲਾਂ ਕਰਦੇ ਹੋ। ਤਾਂ ਇਸ ਕਰਕੇ ਵਿਰੋਧ ਤਾਂ ਹੋਣਾ ਹੈ। ਉਹ ਵਿਰੋਧ ਜਿਹੜਾ ਲੋਕ ਵੀ ਕਰ ਰਹੇ ਆ, ਹੁਣ ਕਿਸਾਨ ਜਥੇਬੰਦੀਆਂ ਵੀ ਕਰ ਰਹੇ ਆ, ਤੇ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਜਿਹੜੇ ਨਵੇਂ ਚੁਣੇ ਗਏ ਆ, ਉਹ ਵੀ ਕਹਿੰਦੇ 10 ਨੂੰ ਉੱਥੇ ਉਹਨਾਂ ਨੇ ਵੀ ਸੱਦਾ ਦਿੱਤਾ। ਸੋ ਇੱਕ ਵਿਰੋਧ ਕੇਸ ਰੂਪ ਦੇ ਵਿੱਚ ਸਾਹਮਣੇ ਆਉਂਦਾ। ਲੋਕ ਵਿਰੋਧ ਕਿੰਨਾ ਕੁ ਵਿਸ਼ਾਲ ਹੋ ਸਕਦਾ ਹੈ ਇਸ ਮਾਮਲੇ ਦੇ ਉੱਤੇ, ਤੇ ਮੈਨੂੰ ਲੱਗਦਾ ਕਿ ਉਹ ਵਿਰੋਧ ਜਿਹੜਾ ਇੱਕ ਵੱਡੀ ਕੈਨਵਸ ਜਿਹੜੀ ਉਸ ਵਿਰੋਧ ਦੀ ਜਿਹੜੀ ਬਣਨੀ ਹੈ, ਉਸ ਤੋਂ ਪਹਿਲਾਂ ਹੀ ਜੇ ਸਰਕਾਰ ਆਪਣੇ ਫੈਸਲੇ ਤੇ ਮੁੜ ਕੇ ਵਿਚਾਰ ਕਰੇ ਤਾਂ ਸ਼ਾਇਦ ਕੁਝ ਬਦਲ ਸਕਦਾ। ਨਹੀਂ ਤਾਂ ਸਰਕਾਰ ਲਈ ਇਸ ਮੁੱਦੇ ਦੇ ਉੱਤੇ ਜ਼ਰੂਰ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਚ ਉਹਨਾਂ ਨੂੰ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ। ਬਿਲਕੁਲ। ਅੱਛਾ ਦਸਾਂਝ ਸਾਹਿਬ, ਵੈਸੇ ਉਹ ਸੀਚੇਵਾਲ ਰਾਂ ਦੀ ਵੀ ਮੈਂ ਸਟੇਟਮੈਂਟ ਕਿਤੇ ਦੇਖੀ ਆ, ਉਹਨਾਂ ਨੇ ਕਿਹਾ ਕਿ ਅਸੀਂ ਇਹ ਹਰਗਿਜ਼ ਨਹੀਂ ਹੋਣ ਦੇਵਾਂਗੇ, ਇਹ ਜੰਗਲ ਨੂੰ ਨਹੀਂ ਇਹ ਕੱਟਣ ਦੇਵਾਂਗੇ। ਔਰ ਦੂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਸੀਗਾ ਕਿ ਕੋਈ ਐਸੀ ਜਗ੍ਹਾ ਹੋਰ ਪੰਜਾਬ 'ਚ ਨਹੀਂ ਮਿਲ ਸਕਦੀ ਜਿੱਦਾਂ ਬੱਦੀ ਹਿਮਾਚਲ ਨੇ ਡਿਵੈਲਪ ਕਰ ਲਿਆ, ਤੇ ਉਹ ਨਾ ਹੀ ਬਹੁਤਾ ਪਹਾੜੀਆਂ ਤੇ ਚੜੇ ਤੇ ਨਾ ਹੀ ਬਹੁਤਾ ਮਤਲਬ ਇਸ ਤਰ੍ਹਾਂ ਦੇ ਥਾਂ ਤੇ ਰਹੇ। ਉਹਨਾਂ ਨੇ ਉੱਥੇ ਸਾਰੀ ਇੰਡਸਟਰੀ ਡਿਵੈਲਪ ਕਰ ਲਈ ਔਰ ਪੰਜਾਬ ਦੀ ਸਾਰੀ ਇੰਡਸਟਰੀ ਪੁੱਟ ਕੇ ਉੱਥੇ ਆ ਗਈ। ਪੰਜਾਬ 'ਚ ਕੋਈ ਐਸੀ ਜਗ੍ਹਾ ਨਹੀਂ ਆਪਾਂ ਲੱਭ ਸਕਦੇ ਜਿੱਥੇ ਕੋਈ ਬਹੁਤੀ ਜ਼ਿਆਦਾ ਫਰਟਾਈਲ ਲੈਂਡ ਨਾ ਹੋਵੇ, ਜਾਂ ਕੋਈ ਟੋਟਾ ਇੱਦਾਂ ਹੋਵੇ, ਜਾਂ ਛੋਟੇ ਛੋਟੇ ਟੋਟੇ ਹੋਣ ਜਿੱਥੇ ਵੱਖ-ਵੱਖ ਤਰ੍ਹਾਂ ਦੀ ਇੰਡਸਟਰੀ ਨੂੰ ਡਿਵੈਲਪਮੈਂਟ ਕਰਨ ਦਾ ਕੋਈ ਨਾ ਕੋਈ ਸਾਧਨ ਬਣੇ। ਕੋਈ ਇੱਦਾਂ ਦੀ ਜਗ੍ਹਾ ਨਹੀਂ ਲੱਭ ਸਕਦੀ ਕਿ ਜੰਗਲ ਕੱਟ ਕੇ ਬਣਾਉਣੀ ਆ, ਜਾਂ ਜਿਹੜੀ ਐਗਰੀਕਲਚਰ ਲੈਂਡ ਹੈ ਫਰਟਾਈਲ ਉਹਨੂੰ ਖਰਾਬ ਕਰਕੇ ਹੀ ਬਣਾਉਣਾ? ਜ਼ਰੂਰ ਲੱਭੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਵੀ ਕਈ ਇਲਾਕੇ ਇੱਦਾਂ ਦੇ ਹੈਗੇ ਜਿੱਥੇ ਬਹੁਤਾ ਉਪਜਾਊ ਸ਼ਕਤੀ ਉਹਨਾਂ ਦੀ ਹੈ ਨਹੀਂ, ਤੁਸੀਂ ਉੱਥੇ ਕਰ ਲਓ ਜੋ ਕਰਨਾ। ਇਹੀ ਗੱਲ ਕਹਿ ਰਹੇ ਨੇ ਲੋਕ, ਵੀ ਕਹਿ ਰਹੇ ਨੇ ਉੱਥੇ ਕਰ ਲਓ ਭਾਈ ਜੋ ਕਰਨਾ। ਜਿੱਥੇ ਤੱਕ ਸੀਚੇਵਾਲ ਦਾ ਮਾਮਲਾ ਹੈ, ਤੇ ਉਹ 3 ਦਿਨਾਂ ਬਾਅਦ ਬੋਲੇ ਆ। ਰਾਜ ਸਭਾ ਦੇ ਮੈਂਬਰ ਬਣਾਏ ਗਏ ਸੀ, ਆਮ ਆਦਮੀ ਪਾਰਟੀ ਨੇ ਨੋਮੀਨੇਟ ਕੀਤਾ ਉਹਨਾਂ ਨੂੰ। 3 ਦਿਨ ਤੱਕ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਜਦੋਂ ਹੁਣ ਵਿਰੋਧ ਜਿਹੜਾ ਤਿੱਖਾ ਹੋਇਆ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ। ਉਂਝ ਜਦੋਂ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਨੋਮੀਨੇਟ ਕੀਤਾ ਗਿਆ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਤੇ ਕਿਸੇ ਕਿਸਮ ਦਾ ਉਹਨਾਂ ਨੂੰ ਇੰਪੋਜ਼ ਨਹੀਂ, ਉਹਨਾਂ ਤੇ ਕੁਝ ਵੀ ਕੀਤਾ ਜਾਊਗਾ, ਕਿ ਉਹ ਆਮ ਆਦਮੀ ਪਾਰਟੀ ਦੀ ਹੀ ਬੋਲੀ ਬੋਲਣ, ਉਹ ਆਪਣੀ ਮਰਜ਼ੀ ਦੇ ਨਾਲ ਕੰਮ ਕਰਨ। ਉਹਨਾਂ ਨੂੰ ਤਾਂ ਵਾਤਾਵਰਣ ਬਚਾਉਣ ਦੀ ਜਿਹੜੀ ਕੰਪੇਨ ਹੈ ਉਹਦੇ 'ਚ ਮੋਹਰੀ ਰੋਲ ਅਦਾ ਕਰਕੇ ਇੱਕ ਸਤਿਕਾਰ ਦਿੱਤਾ ਗਿਆ। ਤੇ ਪਰ ਉਹਨਾਂ ਦਾ 3 ਦਿਨ ਨਾ ਬੋਲਣਾ ਥੋੜਾ ਜਿਹਾ, ਜਾਂ 3 ਦਿਨ ਕੀ ਜਿਸ ਦਿਨ ਵਿਧਾਨ ਸਭਾ 'ਚ ਮਤਾ ਪੇਸ਼ ਹੋਇਆ ਉਸ ਦਿਨ ਗੱਲ ਕਰਨੀ ਚਾਹੀਦੀ ਸੀ। ਚਲੋ ਦੇਰ ਆਏ ਦਰੁਸਤ ਆਏ, ਕੁਛ ਤੇ ਬੋਲੇ, ਬਾਕੀ ਤੇ ਕੋਈ ਵੀ ਨਹੀਂ ਬੋਲਿਆ। ਜੇ ਬਾਕੀ ਜਿਹੜੇ ਉਹਨਾਂ ਭੇਜਿਆ ਉਹਨਾਂ 'ਚ ਕੋਈ ਬੋਲਿਆ, ਆਪਣਾ ਹਰਭਜਨ ਬੋਲਿਆ ਵਾ ਜਾਂ ਕੋਈ ਹੋਰ ਬੋਲਿਆ, ਘੱਟੋ ਘੱਟ ਸੀਚੇਵਾਲ ਬੋਲੇ ਤਾਂ ਹੈ ਨਾ। ਜੋ ਵੀ ਉਹਨਾਂ ਨਾਲ ਵਿਰੋਧਤਾ ਹੋਣ, ਪਰ ਉਹਨਾਂ ਦਾ ਕੰਮ ਕਿਤੇ ਨਾ ਕਿਤੇ। ਅੱਛਾ, ਇੱਕ ਲਾਸਟ ਸਵਾਲ ਮੈਨੂੰ ਦੇ ਦਿਓ। ਕੰਵਰ ਗਰੇਵਾਲ ਦਾ ਗਾਣਾ ਬੈਨ ਕਰਾਤਾ, ਫਿਰ ਪਹਿਲਾਂ SYL ਤੇ ਹੁਣ ਰਿਹਾਈ। ਹੁਣ ਕੀ ਗੱਲ ਹੈ, ਇਹਨਾਂ ਫਨਕਾਰਾਂ ਕੋਲੋਂ ਗੀਤਾਂ ਦੇ ਬੋਲਾਂ ਕੋ ਡਰਨ ਲੱਗ ਗਈਆਂ ਸਰਕਾਰਾਂ? ਨਹੀਂ ਦੇਖੋ, ਇਹ ਸਰਕਾਰਾਂ ਜਿਹੜੀਆਂ ਨਾ ਇਹ ਉਦੋਂ ਡਰੀਆਂ ਰਹਿੰਦੀਆਂ, ਸ਼ਬਦ ਤੋਂ ਡਰ ਜਾਂਦੀਆਂ। ਮੈਂ SYL ਜਿਹੜਾ ਗੀਤ ਆ ਉਹਦੇ ਬੋਲਾਂ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਕਿਸੇ ਵੀ ਚੀਜ਼ ਦੀ ਪਾਬੰਦੀ ਜਿਹੜੀ ਆ ਉਹ ਸਗੋਂ ਦੀ ਪਪੂਲੈਰਿਟੀ ਉਹਦੀ ਪੈਦਾ ਕਰਿਆ ਕਰਦੀ ਹੈ, ਨਾ ਕਿ ਉਹਨੂੰ ਮਤਲਬ ਉੱਦਾਂ ਵੀ ਤੁਸੀਂ ਕਿਤੇ ਵੀ ਬੈਠੇ ਹੋ ਨਾ, ਤੁਸੀਂ ਆਪਣਾ ਖੋਲ ਲਓ, YouTube ਖੋਲ ਲਓ, ਤੇ ਉੱਥੇ ਐਡਰੈਸ ਜਿਹੜਾ ਹੈ ਤੁਸੀਂ ਆਪਣਾ, ਜੇ ਮੈਂ ਇੰਡੀਆ 'ਚ ਬੈਠੇ ਹੋ, ਭਾਰਤ ਤੋਂ ਤੁਸੀਂ ਕੈਨੇਡਾ ਵਾਲਾ ਤੁਸੀਂ ਦੇਖ ਸਕਦੇ ਹੋ। ਭਾਰਤ ਵਿੱਚ ਇਹ ਪਾਬੰਦੀ ਆ, ਭਾਰਤ ਦੀ ਸਰਕਾਰ ਦੀ ਸਿਫਾਰਿਸ਼ ਤੇ YouTube ਨੇ ਪਾਬੰਦੀ ਲਾਈ ਆ। ਤੇ ਇਹ ਕੋਈ ਪਾਬੰਦੀਆਂ ਜਿਹੜੀਆਂ ਨਾ, ਮੈਂ ਇੱਦਾਂ ਦੇ ਗਾਣਿਆਂ ਦੇ ਹੱਕ 'ਚ ਨਹੀਂ ਹੈ, ਪਰ ਉਹ ਸਾਡੇ ਪਿੰਡ ਵਾਲੇ ਮੁੰਡੇ ਨੇ ਗੀਤ ਗਾਇਆ, ਦਸਾਂਝ ਵਾਲੇ ਨੇ, ਦਲਜੀਤ ਦੋਸਾਂਝ ਨੇ, ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ। ਇਹ ਇੱਕ ਮਾਨਸਿਕਤਾ ਹੈ। ਮਤਲਬ ਬੱਚੇ ਨੂੰ ਤੁਸੀਂ ਕੰਮ ਤੋਂ ਕਿਸੇ ਤੋਂ ਰੋਕ ਲਓ, ਤੁਸੀਂ ਪਿੱਠ ਮਾਰੀ ਘੁਮਾ ਲਓ, ਬੱਚੇ ਨੇ ਉਹੀ ਕਰਨਾ ਜੇ ਇਸ ਗੱਲ ਤੋਂ ਤੁਸੀਂ ਰੋਕਿਆ। तो इस करके तो कोई वैसे भी ठीक नहीं है। वैसे हथियार वाला तो खैर मूसे वाले ने भी कहा है कि मैं उस पिंड नूं बिलोंग करदा जिथे बंदा मार के मगरों पुछदे भी
ਤੇਰਾ ਗੁਨਾਹ ਕੀ ਸੀ। ਖੈਰ ਇਹ ਤੇ ਚਰਚਾ 'ਚ ਰਹਿੰਦੀਆਂ ਨੇ ਗੱਲਾਂ ਹਮੇਸ਼ਾ, ਪਰ ਸਰਕਾਰ ਨੂੰ ਇੰਨਾ ਡਰਨ ਦੀ ਲੋੜ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਸਮਾਂ ਹੋ ਗਿਆ। ਕੱਲ ਨੂੰ ਫਿਰ ਕੱਲ ਨੂੰ ਨਹੀਂ, ਹੁਣ ਸੋਮਵਾਰ ਨੂੰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ। ਬਹੁਤ ਧੰਨਵਾਦ ਜੀ। ਬਿਲਕੁਲ, ਸ਼ੁਕਰੀਆ।